ਸੋ ਥਾਨ ਸੁਹਾਵਾ ਜੀ ਜਿੱਥ ਮੇਰਾ ਸਤਿਗੁਰ ਬੈਠਾ ਜਾਏ। ਥਾਨ ਸੁਹਾਵਾ ਜੀ ਜਿੱਥ ਮੇਰਾ ਸਤਿਗੁਰ ਬੈਠਾ ਜਾਏ। ਸੋ ਥਾਨ ਸੁਹਾਵਾ ਜੀ ਧੰਨ ਸੁਹਾਵਾ ਜੀ ਜਿਤ ਮੇਰਾ ਸਤਿਗੁਰ ਬੈਠਾ ਜਾਏ। ਧੰਨ ਸੁਹਾਵਾ ਜੀ ਜਿਤ ਮੇਰਾ ਸਤਿਗੁਰ ਬੈਠਾ ਜਾਏ। ਸਤਿਗੁਰ ਬੈਠਾ ਜਾਏ ਜਿੱਥੇ ਮੇਰਾ, ਸਤਿਗੁਰ ਬੈਠਾ ਜਾਏ ਜਿੱਥੇ ਮੇਰਾ। ਸਤਿਗੁਰੂ ਬੈਠਾ ਜਾਏ ਜਿੱਥੇ ਮੇਰਾ, ਸਤਿਗੁਰੂ ਬੈਠਾ ਜਾਏ ਜਿੱਥੇ ਮੇਰਾ। ਸਤਿਗੁਰੂ ਬੈਠਾ ਜਾਏ ਜਿੱਥੇ ਮੇਰਾ, ਸਤਿਗੁਰੂ ਬੈਠਾ ਜਾਏ ਜਿੱਥੇ ਮੇਰਾ। ਸਤਿਗੁਰੂ ਬੈਠਾ ਜਾਏ ਜਿੱਥੇ ਮੇਰਾ, ਸਤਿਗੁਰੂ ਬੈਠਾ ਜਾਏ ਜਿੱਥੇ ਮੇਰਾ। ਸੁਹਾਵਾ ਜੀ ਜਿਤ ਮੇਰਾ ਸਤਿਗੁਰ ਬੈਠਾ। ਧੰਨ ਸੁਹਾਵਾ ਜੀ ਜਿਤ ਮੇਰਾ ਸਤਿਗੁਰ ਬੈਠਾ ਜਾਏ। ਜਿਤ ਜਾਏ ਬਹਿ ਮੇਰਾ ਸਤਿਗੁਰੂ ਸੋ ਧੰਨ ਸੁਹਾਵਾ। ਸੁਰਤਿ ਕੀ ਸੋ ਧੰਨ ਭਾਲਿਆ। ਸੋ ਧੰਨ ਭਾਲਿਆ। ਲੈ ਭੂਲ ਮੁਖ ਲਾਵਾ ਗੁਰ ਸਿੱਖਾਂ ਕੀ ਕਲ ਤਾਏ ਪਈ। ਸਿੱਖਾਂ ਕੀ ਕਲ ਤਾਈ ਪਈ। ਜਿਨ੍ਹਾਂ ਨਾਮ ਉਤਿਆ ਵਾ ਜਨ ਨਾਨਕ ਸਤਿਗੁਰ ਪੂਜਿਆ। ਨਾਨਕ ਸਤਿਗੁਰ ਪੂਜਿਆ। ਜਿਨ੍ਹਾਂ ਪੂਜ ਕਰਾਵਾ
मिट जाए बगे मेरा सतगुरु। सो शांत हवा जी जित मेरा सतगुर बैठा जाए, शांत हवा जी जित मेरा सतगुर बैठा जाए। जित मेरा सतगुर बैठा, शांत हवा जी जित मेरा सतगुर बैठा जाए। जुगो जुग अटल धन धन साहब श्री गुरु ग्रंथ ਸਾਹਿਬ महाराज जी की पावन पवित्र हजूरी च बैठी गुरु रूप गुरु सवारी सत संगत जीओ, अपने समय ते स्वासां नूं सफलियां करन वास्ते माई और भाई सारे ही प्रेमी जन दूरों नेड़ियों नित रोज़ की तरह आपो अपनी दुनियावी धंधे धंधारां तो छुटकारा पा करके जुगो जुग अटल धन धन साहब श्री गुरु ग्रंथ ਸਾਹਿਬ महाराज जी की पावन पवित्र हजूरी विच पुज के अपनी जिंदगी दियां अपने जीवन दियां अमोलक घड़ियां नूं धन धन साहब श्री गुरु ग्रंथ ਸਾਹਿਬ महाराज जी के पावन पवित्र चरना कमलों में लगा के सफलियां करन दी खेचला जानी कृपालता कर। तां ते आओ थोड़ा जिहा समा सतगुरु पातशाही के चरणों में लाइए। सतगुरु गुरु हरगोबिंद जी महाराज जी दे आप जी अज पावन पवित्र प्रकाश दिवस मना रहे हो। साध संगत जी, कौमां किते नोटां ते वोटां नाल नहीं बनदियां। 500 बंदा लैके हरीसन नलूआ लखां लखां दे गल जा पैंदा सी। इतिहास कौमां दी जान है। जिहड़ियां कौमां अपना इतिहास भुल जाया करदियां ने, एक दिन उन्हां कौमां तो दुनिया तो नामो निशान मिट जाया करता है। पंजवें पातशाह सतगुरु गुरु हरगोबिंद जी महाराज जदों गुरु नानक पातशाह की गुरता गुरगद्दी ते बैठे, इतिहास दी काया कल्प करके रख दी। इतिहास नूं पिछले इतिहास नूं पलट के रख दिता। गुरता गुरगद्दी की तरह गुरता गुरगद्दी की थां ते तख्त सजाउणा शुरू किया। राजियां महाराजियां की तरह दरबार सजाउणा शुरू किया। 5 प्याले 5 पीर, छटम पीर बैठा गुर भारी, अर्जन काया पलट कै मूरत हर गोबिंद सवारी। राती कीर्तन दे विच विचार चली सी। श्री अकाल तख्त साहिब की सिरजना की गई। प्रतख नूं प्रमाण की लोड़ नहीं होया करदी। गुरु की संगत हजूर ने गुरता गुरगद्दी की थां ते तख्त सजाउणा शुरू किया। राजियां महाराजियां की तरह
ਤਨ ਤੇ ਵਸਤਰ ਧਾਰਨ ਕੀਤੇ, ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਆਪਣੇ ਪਵਿੱਤਰ ਸੀਸ ਤੇ ਕਲਗੀ ਸਜਾਉਣੀ ਸ਼ੁਰੂ ਕੀਤੀ। ਜਦੋਂ ਕਿ ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਕੋਈ ਵੀ ਸਤਿਗੁਰੂ ਪਾਤਸ਼ਾਹ ਆਪਣੇ ਪਵਿੱਤਰ ਸੀਸ ਤੇ ਕਲਗੀ ਨਹੀਂ ਸੀ ਸਜਾਉਂਦੇ। ਗੁਰੂ ਕੀ ਸੰਗਤ ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰ ਕਾ ਕਿਨੇ ਅੰਤ ਨਾ ਪਾਇਆ। ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਕਲਗੀ ਸੀਸ ਤੇ ਸਜਾਉਣੀ ਸ਼ੁਰੂ ਕੀਤੀ। ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਸ਼ਸਤਰ ਬਸਤਰ ਧਾਰਨ ਕੀਤੇ। ਇੱਕ ਸ਼ਸਤਰ ਦੂਜੇ ਬਸਤਰ। ਗੁਰਤਾ ਗੁਰਗੱਦੀ ਮਾਫ ਕਰਨਾ, ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਪ੍ਰਾਪਤ ਕਰਨ ਸਮੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਛਲੇ ਪੈਰ ਦੇ ਦੀਵਾਨ ਸਜਾ ਕੇ ਅਕਾਲ ਤਖਤ ਸਾਹਿਬ ਦੇ ਥੜਾ ਸਾਹਿਬ ਤੇ ਬੈਠ ਕੇ ਬਚਨ ਕੀਤਾ। ਪਹਿਲੀਆਂ ਜਿਹੜੀਆਂ ਸੰਗਤਾਂ ਸਨ, ਪਹਿਲੇ ਪਾਤਸ਼ਾਹ ਦੇ ਚਰਨਾਂ ਵਿੱਚ ਕੋਈ ਚੰਗੇ ਬਸਤਰ ਲੈ ਕੇ ਆਉਂਦਾ ਸੀ, ਕੋਈ ਬਹੁਮੁੱਲੇ ਦੁਸ਼ਾਲੇ ਲੈ ਕੇ ਆਉਂਦਾ ਸੀ, ਕੋਈ ਪਹਿਲੇ 5 ਪਾਤਸ਼ਾਹਾਂ ਤੱਕ ਕੋਈ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕੋਈ ਵਸਤੂ ਲੈ ਕੇ ਆਉਂਦਾ ਸੀ। ਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਤੇ ਬੈਠਣ ਸਮੇਂ ਬਚਨ ਕੀਤਾ, ਗੁਰੂ ਨਾਨਕ ਦੀ ਇਹ ਸੰਗਤ ਜਿਹਨੂੰ ਸਾਡੀ ਖੁਸ਼ੀ ਦੀ ਲੋੜ ਹੈ, ਉਹ ਸਾਡੇ ਵਾਸਤੇ ਚੰਗੇ ਤੋਂ ਚੰਗੀ ਨਸਲ ਦੇ ਘੋੜੇ ਲਿਆਵੇ। ਜਿਹਨੂੰ ਸਾਡੀ ਖੁਸ਼ੀ ਦੀ ਲੋੜ ਹੈ, ਚੰਗੇ ਤੋਂ ਚੰਗੇ ਸ਼ਸਤਰ ਲਿਆਵੇ, ਚੰਗੇ ਤੋਂ ਚੰਗੀਆਂ ਕਿਰਪਾਨਾਂ, ਚੰਗੇ ਤੋਂ ਚੰਗੇ ਨੇਜੇ, ਚੰਗੇ ਤੋਂ ਚੰਗੀਆਂ ਬੰਦੂਕਾਂ, ਚੰਗੇ ਤੋਂ ਚੰਗਾ ਅਸਲਾ ਸਾਡੇ ਵਾਸਤੇ ਲੈ ਕੇ ਆਵੇ। ਮਾਫ ਕਰਨਾ, ਜਿਹਨੂੰ ਸਾਡੀ ਖੁਸ਼ੀ ਚਾਹੀਦੀ ਆ, ਮਾਫ ਕਰਨਾ ਗੁਰੂ ਕੀ ਸੰਗਤ, ਉਹ ਸਾਡੇ ਵਾਸਤੇ ਚੰਗੇ ਤੋਂ ਚੰਗੇ ਸ਼ਸਤਰ ਬਸਤਰ ਲੈ ਕੇ ਆਵੇ। ਹਜ਼ੂਰ ਨੇ ਜਿੱਥੇ ਗੁਰੂ ਕੀ ਸੰਗਤ ਮੀਰੀ ਤੇ ਪੀਰੀ ਨੂੰ ਜਨਮ ਦਿੱਤਾ, ਉੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀਆਂ ਦੀਆਂ 12 ਨੂੰ ਜਨਮ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਦਾ ਪਹਿਲਾ ਢਾਡੀ ਅਫਜ਼ਲ ਗੁਫਾਰ ਜਾਤ ਦਾ ਮੁਸਲਮਾਨ ਸੀ। ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਦਰਬਾਰ ਲੱਗਦੇ, ਔਰ ਹਜ਼ੂਰ ਗੁਰੂ ਕੀ ਸੰਗਤ ਮਾਫ ਕਰਨਾ ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਦਰਬਾਰ ਸਜਾਉਂਦੇ ਤੇ ਨਾਲੇ ਢਾਡੀਆਂ ਦੀਆਂ ਵਾਰਾਂ ਸੁਣਦੇ, ਨਾਲੇ ਮੁਰਦਾ ਹੋਈ ਹਿੰਦੂ ਕੌਮ ਦੇ ਵਿੱਚ ਜਾਨ ਵੀ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਸੀ। ਸੂਰਮਿਆਂ ਦੀਆਂ ਵਾਰਾਂ ਸੁਣਦੇ, ਢਾਡੀਆਂ ਦੇ ਪਾਸੋਂ ਸੂਰਮਿਆਂ ਯੋਧਿਆਂ ਦੀਆਂ ਵਾਰਾਂ ਸੁਣਦੇ। ਗੁਰੂ ਕੀ ਸੰਗਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਾਧ ਸੰਗਤ ਜੀ ਸਿੱਖ ਨੂੰ ਜਿੱਥੇ ਸਿੱਖੀ ਸੀ, ਜਿੱਥੇ ਨਾਮ ਸੀ, ਜਿੱਥੇ ਅੰਮ੍ਰਿਤ ਵੇਲਾ ਸੀ, ਜਿੱਥੇ ਅੰਮ੍ਰਿਤ ਵੇਲੇ ਦਾ ਨਾਮ ਸੀ, ਜਿੱਥੇ ਗੁਰੂ ਕੀ ਸੰਗਤ ਅੰਮ੍ਰਿਤ ਵੇਲੇ ਦੀ ਬਾਣੀ ਪੜ੍ਹਦੇ ਸੁਣ ਸਿੱਖ, ਉੱਥੇ ਸਿੱਖਾਂ ਨੂੰ ਗੁਰੂ ਸਾਹਿਬ ਨੇ ਸੂਰਮਤਾਈ ਦਾ ਵੀ ਹੁਕਮ ਦਿੱਤਾ। ਗੁਰੂ ਕੀ ਸੰਬਚਨ ਕੀਤਾ, ਗੁਰੂ ਪਿਆਰਿਓ, ਜੇ ਕੁੱਤਾ ਮੂੰਹ ਪਾਵੇ ਉਹਨੂੰ ਸੋਟੀ ਮਾਰਨੀ, ਕੋਈ ਗੁਨਾਹ ਨਹੀਂ। ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਤੇ ਬੈਠਣ ਸਮੇਂ ਏਡਾ ਵੱਡਾ ਅਟੱਲ ਵਚਨ ਕਰਨਾ, ਏਡਾ ਵੱਡਾ ਇਰਾਦਾ ਮਜ਼ਬੂਤ ਕਰਨਾ। 11 ਸਾਲ ਦੀ ਉਮਰ ਵਿੱਚ ਗੁਰਤਾ ਗੁਰਗੱਦੀ ਪ੍ਰਾਪਤ ਕੀਤੀ। ਜਰਾ ਧਿਆਨ ਦੇਣਾ ਪਵੇਗਾ, ਇਤਨਾ ਮਜ਼ਬੂਤ ਇਰਾਦਾ ਗੁਰਤਾ ਗੁਰਗੱਦੀ ਤੇ ਬੈਠਣ ਸਮੇਂ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਬਚਨ ਕੀਤੇ। ਗੁਰੂ ਨਾਨਕ ਦੀ ਇਹ ਸੰਗਤ, ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁੰਜ ਸਨ, ਸ਼ਾਂਤੀ ਦੇ ਪੁਜਾਰੀ ਸਨ। ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਦੁਸ਼ਟ ਚੰਦੂ ਨੇ ਇੰਨੇ ਤਸੀਹੇ ਦਿੱਤੇ ਹਨ, ਇੰਨੇ ਕਸ਼ਟ ਦੇ ਕੇ ਸ਼ਹੀਦ ਕੀਤਾ। ਕਿਤੇ ਦੇਗਾਂ ਦੇ ਵਿੱਚ ਉਬਾਲ ਕੇ, ਕਿਤੇ ਤਪਦੇ ਰੇਤਿਆਂ ਤੇ ਬਿਠਾ ਕੇ ਮਾਫ ਕਰਨਾ, ਤੇ ਕਿਤੇ ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੋ ਸ਼ਾਂਤੀ ਦੇ ਪੁੰਜ ਸਨ, ਸ਼ਾਂਤੀ ਦੇ ਪੁਜਾਰੀ ਸਨ, ਸਾਡੇ ਪਿਤਾ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਜਿਸ ਚੰਦੂ ਦੁਸ਼ਟ ਨੇ ਸੜਦੀਆਂ ਬਲਦੀਆਂ ਰੇਤਾਂ ਦੇ ਕੜਛੇ ਭਰ ਕੇ ਸਾਡੇ ਪਿਤਾ ਦੇ ਸੀਸ ਤੇ ਪਵਾਏ, ਪੜਪੂੰਜਿਆਂ ਦੇ ਪਾਸੋਂ ਹਜ਼ੂਰ ਨੇ ਗੁਰਤਾ ਗੁਰਗੱਦੀ ਤੇ ਬੈਠਣ ਸਮੇਂ ਬਚਨ ਕੀਤਾ। ਗੁਰੂ ਨਾਨਕ ਦੀ ਸੰਗਤ, ਗੁਰੂ ਨਾਨਕ ਦੀ ਸੰਗਤ, ਗੁਰੂ ਨਾਨਕ ਦੀ ਸੰਗਤ ਅਸੀਂ ਪ੍ਰਣ ਕਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਤੇ ਬੈਠ ਕੇ ਅੱਜ ਅਸੀਂ ਪ੍ਰਣ ਕਰਦੇ ਹਾਂ, ਅੱਜ ਵਾਅਦਾ ਕਰਦੇ ਹਾਂ ਸੰਗਤ ਦੇ ਨਾਲ, ਜੇਕਰ ਅਸੀਂ ਆਪਣੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਾ ਬਦਲਾ ਦੁਸ਼ਟ ਚੰਦੂ ਨੂੰ ਕੁੱਤੇ ਦੀ ਮੌਤ ਨਾ ਮਾਰ ਕੇ ਲਈਏ, ਸਾਨੂੰ ਨਰਕਾਂ ਦੇ ਵਿੱਚ ਉਹ ਥਾਂ ਮਿਲੇ ਜਿਹੜੀ ਵੱਡੇ ਤੋਂ ਵੱਡੇ ਗੁਨਾਹਗਾਰ ਜਾਂ ਪਾਪੀ ਨੂੰ ਮਿਲਦੀ। ਖਾਲਸਾ ਜੀ ਮਾਫ ਕਰਨਾ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੁਰਗੱਦੀ ਤੇ ਬੈਠਣ ਸਮੇਂ ਇਹੋ ਜਿਹੇ ਬਚਨ ਕੀਤੇ, ਮਾਫ ਕਰਨਾ। ਸਭੇ ਅਵਖਤ ਕੀਤੀਆਂ ਨਿੰਦਕ ਕਾ ਦਾਰੂ ਨਾ ਹੈ, ਮੀਰੀ ਪੀਰੀ ਦੀਆਂ 2 ਤਲਵਾਰਾਂ ਪੈਣੀਆਂ, 2 ਤਲਵਾਰਾਂ ਨਿਸ਼ਾਨੀ ਫਕੀਰੀ ਦੀ,
ਇੱਕ ਮੀਰੀ ਦੀ ਇੱਕ ਪੀਰੀ ਦੀ ਗੁਰੂ ਕੀ ਸੰਗਤ। ਗੱਲ ਨਿਕਲਦਿਆਂ ਨਿਕਲਦਿਆਂ ਪਹੁੰਚਦਿਆਂ ਕਿਸੇ ਚੁਗਲਖੋਰ ਨੇ ਚੰਦੂ ਦੀਵਾਨ ਦੇ ਪਾਸ, ਚੰਦੂ ਉਸ ਸਮੇਂ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਦੀਵਾਨ ਸੀ, ਇਸ ਦੀ ਸਰਕਾਰੇ ਦਰਬਾਰੇ ਚੰਗੀ ਮੰਨੀ ਜਾਂਦੀ ਸੀ। ਚੰਦੂ ਦੀਵਾਨ ਨੂੰ ਕਿਸੇ ਨੇ ਆਖਿਆ, ਇਹ ਚੰਦੂ ਦੀਵਾਨ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ, ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੋ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਗੁਰਗੱਦੀ ਦੇ ਵਾਰਿਸ ਬਣੇ ਹਨ, ਜੋ ਗੁਰਤਾ ਗੁਰਗੱਦੀ ਤੇ ਬੈਠੇ ਹਨ, ਗੁਰਤਾ ਗੁਰਗੱਦੀ ਤੇ ਬੈਠਣ ਸਮੇਂ ਮਾਫ ਕਰਨਾ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਇਹ ਪ੍ਰਣ ਕੀਤਾ ਕਿ ਮੇਰੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸ਼ਾਂਤੀ ਦੇ ਪੁਜਾਰੀ ਸਨ, ਸ਼ਾਂਤੀ ਦੇ ਪੁੰਜ ਸਨ। ਮੇਰੇ ਪਿਤਾ ਮਾਫ ਕਰਨਾ, ਮੇਰੇ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਿਸ ਦੁਸ਼ਟ ਚੰਦੂ ਦੀਵਾਨ ਨੇ ਇਤਨੇ ਕਿਤੇ ਤੱਤੀਆਂ ਤਲੀਆਂ ਦੇ ਬਿਠਾ ਕੇ ਉਹਨਾਂ ਦੇ ਪਵਿੱਤਰ ਸੀਸ ਤੇ ਸੜਦੇ ਬਲ ਤੇ ਗਰਮ ਰੇਤੇ ਪਾਏ, ਕਿਤੇ ਮੇਰੇ ਪਿਤਾ ਜੀ ਨੂੰ ਦੇਗ ਤੇ ਉਬਲਦੇ ਪਾਣੀ ਚ ਉਬਾਲਿਆ, ਕਿਤੇ ਮੇਰੇ ਪਿਤਾ ਜੀ ਨੂੰ ਤੱਤੀਆਂ ਰੇਤਾਂ ਤੇ ਬਿਠਾਇਆ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੇ ਦੀਵਾਨ ਸਾਹਿਬ ਬਚਨ ਕੀਤੇ ਨੇ ਕਿ ਜਦੋਂ ਤੱਕ ਅਸੀਂ ਉਸ ਚੰਦੂ ਦੀਵਾਨ ਨੂੰ ਕੁੱਤੇ ਦੀ ਮੌਤ ਨਹੀਂ ਮਾਰ ਲੈਂਦੇ, ਸਾਡੇ ਵਾਸਤੇ ਪੇਟ ਭਰ ਕੇ ਖਾਣਾ ਤੇ ਮਾਫ ਕਰਨਾ, 2 ਘੜੀਆਂ ਆਰਾਮ ਕਰਨਾ ਹਰਾਮ ਹੋਵੇਗਾ। ਅਸੀਂ ਜੇਕਰ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਦੁਸ਼ਟ ਚੰਦੂ ਪਾਸੋਂ ਨਹੀਂ ਲੈਂਦੇ, ਸਾਨੂੰ ਮਾਫ ਕਰਨਾ ਨਰਕਾਂ ਦੇ ਵਿੱਚ ਉਹ ਸਜ਼ਾ ਮਿਲੇ ਜਿਹੜੀ ਸਜ਼ਾ ਕਿਸੇ ਬਹੁਤ ਵੱਡੇ ਗੁਨਾਹਗਾਰ ਜਾਂ ਪਾਪੀ ਨੂੰ ਮਿਲਦੀ ਹੈ। ਮਾਫ ਕਰਨਾ ਜੇ ਅਸੀਂ ਆਪਣੇ ਪਿਤਾ ਦੀ ਸ਼ਹੀਦੀ ਦਾ ਬਦਲਾ ਨਾ ਲਈਏ। ਕਹਿੰਦੇ ਚੰਦੂ ਕੰਬ ਉੱਠਿਆ। ਗੁਰਬਾਣੀ ਦੱਸਦੀ ਕਬੀਰ ਜੋ ਕਰਮ ਕੀਏ ਰਾਖੇ ਤਲੇ ਦਬਾਏ, ਪ੍ਰਗਟ ਭਏ ਨਿਧਾਨ ਸਭ ਜਬ ਪੂਛੇ ਧਰਮ ਰਾਏ। ਸਿਆਣਿਆਂ ਦੀ ਕਹਾਵਤ ਹੈ, ਕਿੱਕਰਾਂ ਦੇ ਬੀਜ ਬੀਜਣ ਵਾਲੇ ਕਦੇ ਦਾਖਾਂ ਦੇ ਬਜੌਰੀਆਂ ਦੀ ਇੱਛਾ ਰੱਖ ਲੈਣ, ਉਹਨਾਂ ਦੀ ਬਹੁਤ ਵੱਡੀ ਭੁੱਲ ਹੈ। ਫਰੀਦ ਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਹੰਨਾ ਉਨ ਕਤਾਏ ਦਾ ਪੈਂਦਾ ਲੋੜਾ ਪੱਟ। ਮਾਫ ਕਰਨਾ ਗੁਰੂ ਕੀ ਸੰਗਤ ਪੈਂਦਾ ਲੋੜਾ ਪੱਟ। ਗੁਰਬਾਣੀ ਵਿੱਚ ਪਾਤਸ਼ਾਹ ਫਰਮਾਉਂਦੇ ਹਨ, ਪਾਪੀ ਕੋ ਮਾਰਨੇ ਕੇ लिए पाप महाबली है, पाप करे कर मुकर पावै वो करनहार प्रभ जाने। कहते चंदू कंब उठिया। चंदू ने एक बारी फिर गुरु की संगत अपने दो नौकरां नूं सतगुरु गुरु हरगोबिंद समर दे चरनां 'च भेजिया कि तुहाडे पिता नूं तां मैं कोई तसीहा नहीं दिता, तुहाडे पिता नूं तां मैं कोई कष्ट नहीं दिता, तुहाडे पिता जी तां हैजे दी बीमारी नाल चले गए ने। कहंदे कि चंदू ने अपने इन्हां 2 नौकरां नूं कह लो, सस ने यह गल कही कि सतगुरु गुरु हरगोबिंद महाराज नूं जाके ये गल कहो कि मेरे नाल सुलह रखण विच तुहाडा फायदा है, क्योंकि वक्त दे बादशाह जहांगीर नाल मेरी चंगी बनदी आ, मेरी चंगी बनी हुई है। पर याद रखना जेकर तुसीं मेरी लड़की का रिश्ता ना लिया तो माफ़ करना, याद रखना एक दिन तुसीं भी बहुत तसीहत दे के शहीद किए जाओगे। कहंदे चंदू दे जदों भेजे नौकर ਇਹਦੇ ਵਿਚੋਲੇ गुरु हरगोबिंद समर के चरणों 'ਚ पुजे। इन्हां जाके गुरु हरगोबिंद समर के चरणों 'ਚ गुरु की संगत झूठियां सच्चियां गल्लां बनाउंदे बेनती की जी चंदू ने तो तुहाडे पिता नूं कुछ नहीं किया, वो कहंदा तुहाडे पिता जी तो हैज दी बीमारी नाल चले गए ने, वो कहंदा मेरी लड़की का रिश्ता लै लो, माफ़ करना शांति नाल रहोगे, आनंद माणोगे, सुख दी नींद सोवोगे, सुख भोगोगे। पर जेकर मेरी लड़की का रिश्ता ना लिया, माफ़ करना मेरी लड़की का रिश्ता लैना प्रवान ना किया तो याद रखना वक्त के बादशाह ना मेरी बड़ी चंगी बनती है। गुरदेव लगे कहण वक्त के बादशाह की होंदे ने, जे उस कुत्ते की वक्त के बादशाह ना बनती है तो साड़ी निरंकार दे नाल बनती है। कंसा जी उस कुत्ते दुष्ट चंदू दीवान नूं कह दो असी ओदी नक वड्डनी चाहुंदे हां, वो नक दे विच नथ पाउणी चाहुंदा, माफ़ करना ओनू जाके कह दो किसी भी कीमत ते चंदू नाल माफ़ करना चंदू नाल फैसला नहीं किया जा सकता। उस कुत्ते नूं जदों तक असी कुत्ते दी मौत मार के गुरु की संगत उस लाहौर दीयां गलियां दे विच जदों तक नक च नथ पा के नक सीटिया, माफ़ करना दुनिया की याद रखेगी कि किसी ने गुरु नानक की गुरता गुरगद्दी के 5वें वार गुरु अर्जन देव महाराज इतने तसीहा दे के शहीद किया सी। उस कुत्ते नूं जाके कह दो माफ़ करना तैनू काल भी तैनू मौत भी तैनू होनी भी साडी मार तू नहीं बचा सकती। माफ़ करना याद रखना जब गिद्दड़ की मौत आउंदी है उन्होंने कह देना वो पिंड वल नूं दौड़दा और उस दुष्ट चंदू दीवान नूं कह दिओ
माफ करना कि सतगुरु गुरु हरगोबिंद जी ने आख्या कि तू अपनी लड़की की गल करदा आ कुत्ते चंदू तेरी लड़की का रिश्ता लैण वाला भी नरकां नूं जावेगा। खालसा जी माफ करना इहो जे इरादे इहो जे बचन सतगुरु गुरु हरगोबिंद जी महाराज ने कीते। आके सस इहदे नौकरां ने इहदे अहदियां ने जां टहलकारां ने आखिया दीवान साहब गुरु साहब बहुत बहुत जलाल च ने। माफ करना जदों गुरु साहब बचन कर रहे सी ना, माफ करना बचन कर रहे सी कि चंदू सातू बच नहीं सकता, असी चंदू नूं किसी कीमत ते माफ करने वास्ते तैयार नहीं, चंदू साडे तू बच नहीं सकता। पर आख्या दीवान साहब साडा तां पसीना छटींदा जांदा सी। सच गल कि दीवान साहब गुरु साहब ने बहुत वड्डा प्रण किया। कहते ने कि चंदू गुरु की संगत इथों दिल्ली के बादशाह गुरु की संगत जहांगीर के पास पुज्या। यदि इत्थे चंगी बनती सी, इत्थे बादशाह जहांगीर का एक वजीर सी, वजीर खां ना करके इनू मिल के सस सारी गलबात समझाई, जाके गल कही नाल सारी गलबात कही जाके बादशाह जहांगीर नूं कि इस तरह तुहाडे मुकाबले ते गुरु अर्जन देव महाराज दे साहिबजादे सतगुरु गुरु हरगोबिंद जी ने फौजां रखणियां शुरू कीतियां ने, उन्हां शस्त्र रखने शुरू कीते ने, उन्हां गुरता गुरगद्दी दी थां ते तख्त सजाउणा शुरू कीता। उन्हां दी रहणी बहणी राजियां महाराजियां वाली है, उन्हां दे कुल फकीरी वाली कोई गल नहीं है। माफ करना गुरु की संगत जिस तरह का उन्हां दा रहना बहना एक दिन तेरे देश दे विच बगावत कर देणगे, हिंदुस्तान दे विच बगावत कर देणगे। कहंदे चंदू दीयां गल्लां सुन के माफ करना बादशाह जहांगीर कहंदे ने वजीर खां नां दे वजीर नूं और कचिंत बेग नूं आख्या कोई बात नहीं, इन्हां नूं दोनां नूं गुरु की संगत दिल्ली तो साध संगत हरमंदर साहब भेजा गया। ये दोवें जाके गुरु की संगत गुरु हरगोबिंद समर दे चरनां विच पुजे। वजीर खां किते समा बनिया तो विचार करांगे, ये मन ही मन गुरु घर का श्रद्धालु सी। जदों इन्हें गुरु साहब के चरणों नमस्कार की, सारी होई बीती गल की, उस मौके गुरु की संगत इन्हों ने आख्या जी तुहाडे खिलाफ दीवान चंदू ने इस तरह करके बादशाह के पास बगावत वालियां गल्लां कीतियां हन। गुरु साहब ने इन्हां दे सारे शंके निवृत्त किए। उपरंत इन्हां ने बेनती की गुरु हरगोबिंद समर के चरणों में महाराज तुहानूं बादशाह जहांगीर मिलना चाहुंदा है, तुहाडे दर्शन करना चाहुंदा है, तुहाडे नाल वचन विलास करना चाहुंदा है। सतगुरु गुरु हरगोबिंद समर लगे कहन तुसीं फिकर ना करो, तुसीं चलो, असीं खुद बादशाह जहांगीर नूं आके दिल्ली मिलांगे। राजियां दे राजे, शहनशाहां दे शहनशाह, पातशाहां दे पातशाह, पंज प्याले पंज पीर, छठम पीर बैठा गुर भारी, अर्जन काया पलट के मूरत, हरगोबिंद सवारी। सतगुरु गुरु हरगोबिंद जी ने कहा तुसीं चलो। थोड़े दिनों बाद संगतां नूं संबोधन करते अपनी माता गंगा जी नूं आख्या माता जी असीं वक्त दे बादशाह नूं मिलना चाहुंदे हां, जाके बादशाह नूं मिलना चाहुंदे हां। माता गंगा ने आख्या लाल जी भाग जी बादशाह जहांगीर दे राज विच तुहाडे पिता नूं बड़े बड़े तसीहे दे के शहीद किया गया। आख्या भाग जी मैनू डर है कि किते चंदू तुहाडे खिलाफ बादशाह नूं भड़का ना देवे। सतगुरु गुरु हरगोबिंद सब लगे कहन माता तुसीं गुरु नानक साहब ते भरोसा रखो, जिस काम नूं असीं करन वास्ते करना चाहुंदे हां, जिस काम नूं असीं करन वास्ते जा रहे हैं, एक काम बादशाह जहांगीर नूं मिले तो बिना होना नहीं। कहंदे गुरु की संगत सतगुरु गुरु हरगोबिंद महाराज हरमंदर साहब तो गुरु की संगत अपने शस्त्र धारी सिख नाल लैके, सिख भी कहो जे बाबा बिधि चंद वर्गे सूरमे जरनैल सिख, बाबा बूढ़ा जी वर्गे, भाई प्राणा ते भाई जेठा वर्गे सिख गुरु की संगत सतगुरु पातशाह एक बहुत बड़े जथे के समेत घोड़ियां ते सवार होके अज हरमंदर साहब च कड़ा प्रसादी दे की गई, अरदास की गई। पातशाह खालसा जी हरमंदर साहब तो गुरु की संगत श्री अकाल तख्त सब आए, इत्थे अरदास करके अज दिल्ली नूं रवाना होए। पंज प्याले पंज पीर, छठम पीर बैठा गुर भारी, अर्जन काया पलट के मूरत हरगोबिंद सवारी। इतिहास दसदा छेवें पातशाह का शरीर इतना बड़ी सी, जेकर किसी दे एक थप्पड़ मार देंदे जां चपेड़ मार देंदे खिदो दे वांगू रेड़ के रख देंदे सन। खालसा जी माफ करना गुरु की संगत पंज प्याले पंज पीर, छठम पीर बैठा गुर भारी, अर्जन काया पलट के मूरत हरगोबिंद सवारी। इथों पैंडा तय करते पातशाह दिल्ली नूं जा रहे ने। राज में राजा जी जोग में जोगी, जोग में जोगी, राज में राजा जी जोग में जोगी, जोग में जोगी।
में राजा जी। राज में राजा जी जोग में जोगी जोग में, राज में राजा जी जोग में जोगी जोग में जोगी। राज में राजा जोग में जोगी, राज में राजा जोग में जोगी, राज में राजा। राज में राजा जोग में जोगी, राज में राजा जोग में जोगी। राज में राजा जोग में जोगी, राज में राजा जोग में जोगी। राज में राजा जोग में जोगी, राज में राजा जोग में जोगी। राज में राधा जी जोग में जोगी जोग में, राज में राधा जी जोग में जोगी जोग में जोगी। राज में राज जोग में जोगी कामत पितर, चाहे चाहे पते तुक पाया, नानक तो गुर का कने अंत न पाया। तक तक ताजा दे मालक फौजां दे जरनैल सतगुरु गुरु हरगोबिंद जी महाराज, जिथे अजकल गुरुद्वारा मजनू टिल्ला बनिया होया है, पैंदा तय करते कई दिनां दा। हरमंदर साहब तो चल के गुरुद्वारा मजनू टिल्ला, इस स्थान ते हजूर ने अज शाम दे डेरे कीते ने गुरु की संगत। कोई हरि दे समान नहीं राजा, झूठे राजे चार रोज दे, हरि दे समान नहीं, झूठे राजे चार रोज दे, कोई हरि दे समान। हरि से सुमान नहीं राजा, सुमान नहीं राजा, झूठे राजे चार रोज दे, हरि दे सुमान नहीं, झूठे राजे चार रोज दे, कोई हरि दे सुमान।
ਹਰ ਸਮਾਨ ਨਹੀਂ ਰਾਜਾ, ਇਹ ਪੁੱਤ ਤਬ 4 ਦਿਵਸ ਕੇ ਝੂਟੇ ਕਰਦੇ ਇਉ ਹਜ਼ੂਰ ਨੇ ਜਿੱਥੇ ਅੱਜ ਕੱਲ ਗੁਰਦੁਆਰਾ ਮਜਨੂ ਟਿੱਲਾ ਬਣਿਆ ਹੋਇਆ, ਇਸ ਸਥਾਨ ਤੇ ਗੁਰੂ ਕੀ ਸੰਗਤ ਡੇਰੇ ਕੀਤੇ ਨੇ। ਜਿਵੇਂ ਜਿਵੇਂ ਸਿੱਖ ਸੰਗਤਾਂ ਨੂੰ ਪਤਾ ਲੱਗਦਾ, ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਦਰਸ਼ਨ ਦਿਦਾਰੇ ਕਰਨ ਵਾਸਤੇ ਆਉਂਦੀਆਂ। ਦੂਜਾ ਦਿਨ ਗੁਰੂ ਕੀ ਸੰਗਤ ਆ ਗਈ ਹੈ, ਇੱਥੇ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਆਉਣਾ ਸੁਣ ਕੇ ਕਹਿੰਦੇ ਬਾਦਸ਼ਾਹ ਜਹਾਂਗੀਰ ਨੇ ਵਜ਼ੀਰ ਖਾਨ ਆਂਦੇ ਵਜ਼ੀਰ ਨੂੰ ਤੇ ਕਚਿੰਤ ਬੇਗ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਭੇਜਿਆ। ਇਹਨਾਂ ਆ ਕੇ ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਉਪਰੰਤ ਬੇਨਤੀ ਕੀਤੀ, ਗਰੀਬ ਨਵਾਜ ਤੁਹਾਨੂੰ ਬਾਦਸ਼ਾਹ ਜਹਾਂਗੀਰ ਮਿਲਣਾ ਚਾਹੁੰਦਾ। ਉਸ ਸਮੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤ ਵਿੱਚ ਬੈਠੇ ਬਚਨ ਵਿਲਾਸ ਕਰ ਰਹੇ ਸਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਵਜ਼ੀਰ ਖਾਨ ਨੂੰ ਕਹਿਣ ਲੱਗੇ ਵੀ ਤੂੰ ਬਾਦਸ਼ਾਹ ਜਹਾਂਗੀਰ ਨੂੰ ਜਾ ਕੇ ਕਹੋ ਕਿ ਗੁਰੂ ਸਾਹਿਬ ਕਹਿੰਦੇ ਨੇ ਇਸ ਸਮੇਂ ਸੰਗਤਾਂ ਦਾ ਇਕੱਠ, ਅਸੀਂ ਥੋੜੇ ਸਮੇਂ ਬਾਅਦ ਤੇਰੇ ਕੋਲ ਆਪੇ ਆ ਜਾਵਾਂਗੇ। ਕਹਿੰਦੇ ਬਾਦਸ਼ਾਹ ਜਹਾਂਗੀਰ ਨੂੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਮਿਲਣਾ ਤੇ ਆਸ ਵਿੱਚ ਵਿਚਾਰ ਕਰਨੀ। ਬਾਦਸ਼ਾਹ ਜਹਾਂਗੀਰ ਨੇ ਅੱਗੋਂ ਉੱਠ ਕੇ ਗੁਰੂ ਸਾਹਿਬ ਦਾ ਬੜਾ ਸਤਿਕਾਰ ਕੀਤਾ, ਚੰਦਨ ਦੀ ਚੌਂਕੀ ਬਿਠਾਈ, ਚੰਦਨ ਦੀ ਚੌਂਕੀ ਤੇ ਬਿਠਾਇਆ ਤੇ ਉਪਰੰਤ ਬਾਦਸ਼ਾਹ ਜਹਾਂਗੀਰ ਨੇ ਦੋਵੇਂ ਹੱਥ ਜੋੜ ਕੇ ਗੁਰੂ ਕੀ ਸੰਗਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ। ਮਹਾਰਾਜ ਜੀ, ਹਿੰਦੁਸਤਾਨ ਦੇ ਵਿੱਚ 2 ਧਰਮ ਹਨ, ਇੱਕ ਹਿੰਦੂ ਹੈ, ਦੂਜਾ ਇਸਲਾਮ ਹੈ। ਮੁਸਲਮਾਨ ਹਨ, ਹਿੰਦੂ ਰਾਮ ਨੂੰ ਮੰਨਦੇ ਹਨ, ਭਗਵਾਨ ਨੂੰ ਮੰਨਦੇ ਹਨ, ਮੁਸਲਮਾਨ ਅੱਲਾਹ ਖੁਦਾ ਨੂੰ ਮੰਨਦੇ ਹਨ। ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ, ਇਹਨਾਂ ਦੋਨਾਂ ਧਰਮਾਂ ਦੇ ਵਿੱਚੋਂ ਧਰਮ ਕਿਹੜਾ ਚੰਗਾ? ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸੋਂ ਇਹ ਸੁਣਨਾ ਚਾਹੁੰਦਾ ਸੀ ਕਿ ਜੇਕਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਿੰਦੂ ਧਰਮ ਦੀ ਗੱਲ ਕੀਤੀ ਚੰਗਾ, ਫਿਰ ਤਾਂ ਮੈਂ ਸਮਝੂੰਗਾ ਕਿ ਇਹ ਮੁਸਲਮਾਨਾਂ ਦੇ ਖਿਲਾਫ ਹਨ। ਇਹਨੇ ਜਦੋਂ ਬੇਨਤੀ ਕੀਤੀ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲੱਗੇ ਕਹਿਣ, ਬਾਦਸ਼ਾਹ ਜਹਾਂਗੀਰ ਗੱਲ ਮਜ਼ਹਬਾਂ ਤੇ ਨਹੀਂ ਨਿਬੜਨੀ, ਗੱਲ ਤਾਂ ਬਾਦਸ਼ਾਹ ਜਹਾਂਗੀਰ ਖੁਦਾ ਦੇ ਘਰ ਵਿੱਚ ਜਾ ਕੇ, ਰਾਮ ਭਗਵਾਨ ਦੇ ਘਰ ਵਿੱਚ ਜਾ ਕੇ, ਅੱਲਾਹ ਦੇ ਘਰ ਵਿੱਚ ਜਾ ਕੇ, ਉੱਥੇ ਗੱਲ ਜਾਤਾਂ ਤੇ ਨਹੀਂ ਨਿਬੜਨੀ, ਉੱਥੇ ਗੱਲ ਮਜ਼ਹਬਾਂ ਤੇ ਨਹੀਂ ਨਿਬੜਨੀ, ਉੱਥੇ ਗੱਲ ਅਮਲਾਂ ਤੇ ਨਿਬੜਨੀ ਹੈ, ਉੱਥੇ ਗੱਲ ਜਾ ਕੇ ਕਰਮਾਂ ਤੇ ਨਿਬੜਨੀ। ਬਾਦਸ਼ਾਹ ਜਹਾਂਗੀਰ ਵਾਹਿਗੁਰੂ ਦੀ ਦਰਗਾਹ ਵਿੱਚ, ਖੁਦਾ ਦੀ ਦਰਗਾਹ ਵਿੱਚ ਰਾਮ ਜਾਂ ਗੁਰੂ ਕਿਸ਼ਨ ਰਹੀਮ ਕਰੀਮ ਜਾਂ ਅੱਲਾਹ ਖੁਦਾ, ਉਹ ਵਾਹਿਗੁਰੂ ਅਨੇਕਾਂ ਨਾਵਾਂ ਵਾਲਾ ਹੋ ਕੇ ਇੱਕ ਹੈ। ਉਹਨੂੰ ਰਾਮ ਕਹਿ ਲੋ, ਖੁਦਾ ਕਹਿ ਲੋ, ਅੱਲਾਹ ਕਹਿ ਲੋ, ਉਹਨੂੰ ਵਾਹਿਗੁਰੂ ਕਹਿ ਲੋ, ਪਰ ਬਾਦਸ਼ਾਹ ਜਹਾਂਗੀਰ ਉੱਥੇ ਗੱਲ ਅਮਲਾਂ ਤੇ ਨਿਬੜਨੀ, ਅਮਲਾਂ ਤੇ। ਮਾਫ ਕਰਨਾ, ਦਾਸ ਵਿਚਾਰ ਕਰਨ ਤੋਂ ਪਹਿਲਾਂ ਇੱਕ ਵਿਚਾਰ ਕਰਨੀ ਚਾਹੇਗਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਮੀਆਂ ਮੀਰ, ਜਿਸ ਦਾ ਰਾਤੀ ਜ਼ਿਕਰ ਹੋਇਆ ਸੀ ਕੀਰਤਨ ਵਿੱਚ, ਮੀਆਂ ਮੀਰ ਕਹਿੰਦਾ ਜਿਸ ਦੀਆਂ ਪਤਲਾਂ ਤੇ, ਜਿਸ ਦੇ ਤਪੜਾਂ ਤੇ ਬਾਦਸ਼ਾਹ ਜਹਾਂਗੀਰ ਵਰਗੇ ਤੇ ਬਾਦਸ਼ਾਹ ਅਕਬਰ ਵਰਗੇ ਬਾਦਸ਼ਾਹ ਜਿਸ ਦੇ ਤਪੜਾਂ ਤੇ ਆ ਕੇ ਬੈਠਿਆ ਕਰਦੇ ਸਨ। ਕਹਿੰਦੇ ਗੁਰੂ ਕੀ ਸੰਗਤ ਰੱਬ ਨੂੰ ਪਹੁੰਚਿਆ, ਮੰਜ਼ਿਲੇ ਮਾਰਫਤ ਵਿੱਚ ਵਿਚਰਨ ਵਾਲਾ ਇਹ ਫਕੀਰ, ਜਿਸ ਦਾ ਸਤਿਕਾਰ ਬਾਦਸ਼ਾਹ ਜਹਾਂਗੀਰ ਜਦੋਂ ਕਰਦਾ ਸੀ ਲੰਬੇ ਪੈ ਕੇ ਦੰਡਵਤ ਪ੍ਰਣਾਮ ਕਰਿਆ ਕਰਦਾ ਸੀ। ਕਹਿੰਦੇ ਕੁਝ ਦਿਨ ਪਹਿਲਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੁਝ ਦਿਨ ਪਹਿਲਾਂ ਦਿੱਲੀ ਪਹੁੰਚਣ ਤੋਂ ਪਹਿਲਾਂ ਕਹਿੰਦੇ ਕਿ ਮੀਆਂ ਮੀਰ ਗੁਰੂ ਕੀ ਸੰਗਤ ਬਾਦਸ਼ਾਹ ਜਹਾਂਗੀਰ ਦੇ ਪਾਸ ਦਿੱਲੀ ਪੁੱਜਿਆ। ਜਦੋਂ ਦਿੱਲੀ ਪੁੱਜਾ ਨਾ, ਅੱਗੇ ਕਹਿੰਦੇ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਲੱਗਿਆ ਹੋਇਆ ਸੀ, ਖੱਬੇ ਤੇ ਸੱਜੇ ਵਜ਼ੀਰ ਮੰਤਰੀ ਐਲਕਰ ਬੈਠੇ ਹੋਏ ਨੇ। ਮੀਆਂ ਮੀਰ ਦਾ ਆਉਣਾ ਸੁਣ ਕੇ, ਆਉਂਦੇ ਨੂੰ ਵੇਖ ਕੇ ਕਹਿੰਦੇ ਬਾਦਸ਼ਾਹ ਜਹਾਂਗੀਰ ਆਪਣੇ ਤਖਤ ਨੂੰ ਛੱਡ ਕੇ ਅੱਗੇ ਵਧਿਆ ਤੇ ਜਹਾਂਗੀਰ ਬਾਦਸ਼ਾਹ ਨੇ ਕਹਿੰਦੇ ਮੀਆਂ ਮੀਰ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ, ਉੱਚੇ ਆਸਣ ਤੇ ਬਿਠਾਇਆ। ਉਪਰੰਤ ਕਹਿੰਦੇ ਬਾਦਸ਼ਾਹ ਜਹਾਂਗੀਰ ਦਾ ਜੋ ਦਰਬਾਰ ਚੱਲਦਾ ਸੀ, ਦਰਬਾਰ ਦੇ ਵਿੱਚ ਜੋ ਗੱਲਬਾਤ ਹੋ ਰਹੀ ਸੀ, ਉਹ ਗੱਲਬਾਤ ਰੋਕ ਦਿੱਤੀ ਗਈ ਤੇ ਮਾਫ ਕਰਨਾ, ਦੋਵੇਂ ਹੱਥ ਜੋੜ ਕੇ ਬਾਦਸ਼ਾਹ ਜਹਾਂਗੀਰ ਨੇ, ਮਾਫ ਕਰਨਾ ਇਹ ਗੱਲ ਬੜੀ ਧਿਆਨ ਦੇਣ ਵਾਲੀ ਹੈ, ਬਾਦਸ਼ਾਹ ਜਹਾਂਗੀਰ ਨੇ ਦੋਵੇਂ ਹੱਥ ਜੋੜ ਕੇ ਮੀਆਂ ਮੀਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਾਈਂ ਜੀ, ਪੀਰ ਜੀ, ਕਿਰਪਾ ਕਰਕੇ ਦੱਸੋ, ਕੋਈ ਪਰਮਾਰਥ ਦੀ ਗੱਲ ਸੁਣਾਓ, ਕੋਈ ਰੱਬ ਦੇ ਘਰ ਦਾ ਬਚਨ ਸੁਣਾਓ, ਕੋਈ ਅੱਲਾਹ ਤਾਲਾ ਖੁਦਾ ਦੇ ਘਰ ਦਾ ਬਚਨ ਸੁਣਾਓ। ਮੀਆਂ ਮੀਰ ਨੇ ਦੇ ਚਰਨਾਂ ਵਿੱਚ ਕਹਿੰਦੇ ਜਹਾਂਗੀਰ ਬਾਦਸ਼ਾਹ ਨੇ ਬੇਨਤੀ ਕੀਤੀ, ਪੀਰ ਜੀ, ਸਾਈਂ ਜੀ, ਕਿਰਪਾ ਕਰਕੇ ਇਹ ਦੱਸੋ ਕਿ ਪੂਰਨ ਪੁਰਖ ਦੇ ਲੱਖਣ ਕੀ ਹਨ, ਪੂਰਨ ਪੁਰਖ ਦੇ ਵਿੱਚ ਗੁਣ ਕੀ ਹੁੰਦੇ ਨੇ, ਪੂਰਨ ਪੁਰਖ ਦੇ ਵਿੱਚ ਕੀ ਲੱਖਣ ਹੁੰਦੇ ਨੇ, ਉਹਦੇ ਵਿੱਚ ਕਿਹੜੇ ਕਿਹੜੇ ਗੁਣ ਹੁੰਦੇ ਨੇ।
ਜਦੋਂ ਬਾਦਸ਼ਾਹ ਜਹਾਂਗੀਰ ਨੇ ਇਹ ਗੱਲ ਪੁੱਛੀ ਮੀਆਂ ਮੀਰ ਦੇ ਪਾਸੋਂ ਕਿ ਪੂਰਨ ਪੁਰਖ ਵਿੱਚ ਕੀ ਲੱਖਣ ਹੁੰਦੇ ਨੇ, ਪੂਰਨ ਪੁਰਖ ਵਿੱਚ ਕੀ ਗੁਣ ਹੁੰਦੇ ਨੇ, ਕਹਿੰਦੇ ਨੇ ਮੀਆਂ ਮੀਰ ਦੀ ਤਾਹਾਂ ਨਿਕਲ ਗਈ। ਆਖਿਆ ਅਕਲ ਦੇ ਅੰਧੇ ਜਹਾਂਗੀਰ ਬਾਦਸ਼ਾਹ, ਅਜੇ ਤੈਨੂੰ ਇਹ ਪਤਾ ਨਹੀਂ ਲੱਗਾ ਕਿ ਪੂਰਨ ਪੁਰਖ 'ਚ ਕਿਹੜੇ ਗੁਣ ਹੁੰਦੇ ਨੇ, ਅਜੇ ਤੈਨੂੰ ਇਹ ਨਹੀਂ ਪਤਾ ਕਿ ਪੂਰਨ ਪੁਰਖ ਤੇ ਕੀ ਲੱਖਣ ਹੁੰਦੇ ਨੇ। 2 ਸੁਖਮਨੀ ਸਾਹਿਬ ਦੇ ਪਾਠ ਨਿਤ ਰੋਜ਼ ਕਰਨ ਵਾਲਾ ਮੀਆਂ ਮੀਰ ਜੋ ਗੁਰੂ ਘਰ ਦਾ ਅਨੰਦ ਸ਼ਰਧਾਲੂ ਸੀ, ਜਿਸ ਮੀਆਂ ਮੀਰ ਦੇ ਹੱਥੋਂ ਕਿਸੇ ਮੌਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਦੀ ਪਹਿਲੀ ਇੱਟ ਰਖਾਈ ਸੀ, ਉਹ ਮੀਆਂ ਮੀਰ ਰੋਜ਼ ਦੇ 2 ਸੁਖਮਨੀ ਸਾਹਿਬ ਦੇ ਪਾਠ ਕਰਿਆ ਕਰਦੇ ਸਨ। ਜਦੋਂ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ, ਮਹਾਰਾਜ ਮਾਫ ਕਰਨਾ, ਮੀਆਂ ਮੀਰ ਦੇ ਚਰਨੇ ਬੇਨਤੀ ਕੀਤੀ, ਪੀਰ ਜੀ ਸਾਈਂ ਜੀ ਕਿਰਪਾ ਕਰਕੇ ਦੱਸੋ ਪੂਰਨ ਪੁਰਖ ਦੇ ਲੱਖਣ ਕੀ ਨੇ। ਮੀਆਂ ਮੀਰ ਨੇ ਸੁਖਮਨੀ ਸਾਹਿਬ ਦੀ ਬਾਣੀ ਦੀਆਂ ਇਹ ਤੁਕਾਂ ਧਰਾਉਂਦੇ ਆਖਿਆ, ਬਾਦਸ਼ਾਹ ਜਹਾਂਗੀਰ ਆਦੇ ਤੈਨੂੰ ਪੂਰਨ ਪੁਰਖ ਦੇ ਲੱਖਣਾਂ ਦਾ ਪਤਾ ਨਹੀਂ ਲੱਗਾ। ਹਾਂ, ਤੈਸਾ ਹਰਕ ਤੈਸਾ ਸੋਗ, ਸਦਾ ਆਨੰਦਤਾ ਨਹੀਂ ਵਿਯੋਗ। ਜਿਹੜਾ ਪੂਰਨ ਪੁਰਖ ਹੈ ਗਮੀ ਵਿੱਚ ਖੁਸ਼ੀ 'ਚ, ਦੁੱਖ ਵਿੱਚ ਸੁੱਖ 'ਚ, ਮਾਫ ਕਰਨਾ ਭੁੱਖ 'ਚ, ਜਿਹੜਾ ਪੂਰਨ ਪੁਰਖ ਹੈ ਮੁਸੀਬਤ ਦੇ ਸਮੇਂ ਦੁੱਖ ਦੇ ਸਮੇਂ ਜਿੰਨੇ ਮਰਜ਼ੀ ਦੁੱਖਾਂ ਦੇ ਪਹਾੜ ਟੁੱਟ ਪੈਣ, ਜਿੰਨੇ ਮਰਜ਼ੀ ਦੁੱਖਾਂ ਦੇ ਤੂਫਾਨ ਚੱਲ ਪੈਣ, ਜਿੰਨੀਆਂ ਮਰਜ਼ੀ ਦੁੱਖਾਂ ਦੀਆਂ ਹਨੇਰੀਆਂ ਆ ਜਾਣ, ਪੂਰਨ ਪੁਰਖ ਹੈ ਜਿਹੜਾ ਦੁੱਖ ਵਿੱਚ ਸੁੱਖ 'ਚ ਭੁੱਖ 'ਚ ਮਾਫ ਕਰਨਾ ਮੁਸੀਬਤਾਂ ਦੇ ਸਮੇਂ ਪੂਰਨ ਪੁਰਖ ਅਡੋਲ ਰਹਿੰਦਾ ਹੈ। ਉਹ ਡੋਲਦਾ ਨਹੀਂ, ਉਹ ਘਬਰਾਉਂਦਾ ਨਹੀਂ। ਜਦੋਂ ਇਹ ਗੱਲ ਬਾਦਸ਼ਾਹ ਜਹਾਂਗੀਰ ਨੇ ਸੁਣੀ ਤਾਂ ਬਾਦਸ਼ਾਹ ਜਹਾਂਗੀਰ ਦਾ ਦੂਜਾ ਸਵਾਲ ਸੀ, ਪੀਰ ਜੀ ਇਹੋ ਜਿਹਾ ਪੂਰਨ ਪੁਰਖ ਕੋਈ ਹੈ? ਬਾਦਸ਼ਾਹ ਜਹਾਂਗੀਰ ਨੇ ਪੁੱਛਿਆ ਇਹੋ ਜਿਹਾ ਪੂਰਨ ਪੁਰਖ ਕੋਈ ਹੈ? ਉਸ ਮੌਕੇ ਗੁਰੂ ਕਿਸਮ ਮੀਆਂ ਮੀਰ ਨੇ ਆਖਿਆ, ਅਜੇ ਤੈਨੂੰ ਪਤਾ ਨਹੀਂ ਲੱਗਾ ਇਹੋ ਜਿਹਾ ਪੂਰਨ ਪੁਰਖ ਸਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਦੀ ਗੁਰਤਾ ਗੁਰਗੱਦੀ ਦੇ 5ਵੇਂ ਵਾਰਸ਼, ਉਹ ਜਿਨ੍ਹਾਂ ਨੂੰ ਤੇਰੇ ਦੁਸ਼ਟ ਚੰਦੂ ਨੇ ਬੜੇ ਤਸੀਹੇ ਦੇ ਦੇ ਕੇ ਸ਼ਹੀਦ ਕੀਤਾ ਹੈ। ਮਾਫ ਕਰਨਾ, ਪਰ ਉਹ ਡੋਲੇ ਨਹੀਂ, ਉਹ ਘਬਰਾਏ ਨਹੀਂ, ਉਹ ਦੁੱਖਾਂ ਨੂੰ ਸੁੱਖ ਕਰਕੇ ਮੰਨਦੇ ਰਹੇ। ਮਾਫ ਕਰਨਾ, ਉਹ ਦੁੱਖਾਂ ਨੂੰ ਸੁੱਖ ਕਰਕੇ ਮੰਨਦੇ ਰਹੇ, ਦੁੱਖਾਂ ਨੂੰ ਰੱਬੀ ਹੁਕਮ ਕਰਕੇ ਮੰਨਦੇ ਰਹੇ। ਇਹਨੂੰ ਅਜੇ ਪਤਾ ਨਹੀਂ ਲੱਗਾ ਕਿ ਪੂਰਨ ਪੁਰਖ ਦੇ ਗੁਣ ਕੀ ਹੁੰਦੇ ਆ, ਲੱਖਣ ਕੀ ਹੁੰਦੇ ਆ। ਬਾਦਸ਼ਾਹ ਜਹਾਂਗੀਰ ਲੱਗਾ ਕਨ ਸਾਈਂ ਮੀਆਂ ਮੀਰ ਨੂੰ, ਲੱਗਾ ਕਨ ਪੀਰ ਜੀ ਕੁਰਾਨ ਸ਼ਰੀਫ 'ਚ ਲਿਖਿਆ, ਮੁਸਲਮਾਨ ਹੋ ਕੇ ਦੂਜੇ ਤੇ ਧਰਮ ਦੀ ਉਸਤਤ ਕਰੇ, ਵਡਿਆਈ ਕਰੇ। ਮਾਫ ਕਰਨਾ, ਜੋ ਮੁਸਲਮਾਨ ਹੋ ਕੇ ਦੂਜੇ ਤੇ ਧਰਮ ਦੀ ਵਡਿਆਈ ਕਰਦਾ ਹੈ, ਮਾਫ ਕਰਨਾ, ਦੂਜੇ ਦੇ ਧਰਮ ਦੀ ਵਡਿਆਈ ਕਰਨਾ, ਇਹ ਸਭ ਤੋਂ ਵੱਡਾ ਪਾਪ ਹੈ, ਇਹ ਸਭ ਤੋਂ ਵੱਡਾ ਗੁਨਾਹ ਹੈ। ਬਾਦਸ਼ਾਹ ਜਹਾਂਗੀਰ ਕਹਿੰਦਾ ਕਿ ਮੈਂ ਹੈਰਾਨ ਹੋ ਰਿਹਾ ਕਿ ਪੀਰ ਜੀ ਤੁਸੀਂ ਮੁਸਲਮਾਨ ਹੋ ਕੇ ਤੁਸੀਂ ਦੂਜੇ ਦੇ ਧਰਮ ਦੀ ਵਡਿਆਈ ਕਰ ਰਹੇ ਹੋ। ਉਸ ਮੌਕੇ ਬਾਦਸ਼ਾਹ ਜਹਾਂਗੀਰ ਨੂੰ ਮੀਆਂ ਮੀਰ ਨੇ ਆਖਿਆ, ਬਾਦਸ਼ਾਹ ਜਹਾਂਗੀਰ ਅਕਲ ਤੂੰ ਕੰਮ ਲਓ। ਮਾਫ ਕਰਨਾ, ਰੱਬ ਦੇ ਬੰਦਿਆਂ ਦੀ ਕੋਈ ਜਾਤ ਨਹੀਂ ਹੁੰਦੀ। ਇਹਨਾਂ ਦੇ ਵੱਡੇ ਵਡੇਰੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਮਾਰ ਦੇ ਚਰਨਾਂ ਵਿੱਚ ਅਜੇ ਕੱਲ ਦੀ ਗੱਲ ਹੈ, ਤੇਰਾ ਪਿਓ ਅਕਬਰ ਚੱਲ ਕੇ ਦਿੱਲੀ ਤੋਂ ਗੋਇੰਦਵਾਲ ਸਾਹਿਬ ਗਿਆ ਸੀ। ਇਹਨਾਂ ਦੇ ਵੱਡੇ ਵਡੇਰੇ ਮਾਫ ਕਰਨ ਆਦਿ ਗੁਰੂ ਨਾਨਕ ਸਾਹਿਬ ਦੇ ਬਚਨਾਂ ਕਰਕੇ ਤੁਹਾਡੇ ਵੱਡੇ ਵਡੇਰੇ ਮਾਫ ਕਰਨਾ ਗੁਰੂ ਕੀ ਸੰਗਤ ਬਾਬਰ ਨੂੰ ਗੁਰੂ ਨਾਨਕ ਪਾਤਸ਼ਾਹ ਨੇ 7 ਪੁਸ਼ਤਾਂ ਦਾ ਰਾਜ ਦੇਣ ਦੀ ਬਖਸ਼ਿਸ਼ ਕੀਤੀ ਸੀ। ਮਾਫ ਕਰਨਾ, ਇਹਨਾਂ ਦੇ ਵੱਡੇ ਵਡੇਰੇ ਸਤਿਗੁਰੂ ਪਾਤਸ਼ਾਹ ਦੇ ਬਚਨਾਂ ਕਰਕੇ ਮਾਫ ਕਰਨਾ ਤੇਰੇ ਪਿਓ ਦੇ ਪਿਓ ਨੇ ਹਮਾਯੂ ਨੇ ਸ਼ੇਰ ਸ਼ਾਹ ਸੂਰੀ ਨੂੰ ਜੰਗ ਦੇ ਮੈਦਾਨ 'ਚ ਹਰਾਇਆ ਸੀ। ਆਖਿਆ ਅਕਲ ਦੇ ਅੰਨੇ ਬਾਦਸ਼ਾਹ, ਤੂੰ ਮੈਨੂੰ ਪੁੱਛਦਾ ਪੂਰਨ ਪੁਰਖ ਦੇ ਲੱਖਣ ਕੀ ਨੇ? ਤੈਨੂੰ ਪਤਾ ਨਹੀਂ ਲੱਗਾ ਕਿ ਪੂਰਨ ਪੁਰਖ ਦੇ ਲੱਖਣ ਕੀ ਨੇ? ਇੱਥੇ ਸਾਧ ਸੰਗਤ ਜੀ ਬਾਦਸ਼ਾਹ ਜਹਾਂਗੀਰ ਕਹਿੰਦਾ, ਪੀਰ ਜੀ ਤੁਸੀਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ? ਮੇਰੇ ਹੱਥੋਂ ਐਡਾ ਵੱਡਾ ਪਾਪ ਹੋਇਆ। ਮਾਫ ਕਰਨਾ, ਐਡਾ ਵੱਡਾ ਮੇਰੇ ਹੱਥੋਂ ਇਸ ਦੁਸ਼ਟ ਚੰਦੂ ਨੇ ਪਾਪ ਕਰਵਾਇਆ, ਤੁਸੀਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ? ਮਾਫ ਕਰਨਾ, ਮੈਂ ਇਹੋ ਜਿਹੇ ਸਤਿਗੁਰੂ ਪਾਤਸ਼ਾਹ ਦੀ ਸੇਵਾ ਕਰਕੇ ਉਹਨਾਂ ਦੀ ਖੁਸ਼ੀ ਪ੍ਰਾਪਤ ਕਰਦਾ। ਮੀਆਂ ਮੀਰ ਨੇ ਆਖਿਆ ਬਾਦਸ਼ਾਹ ਜਹਾਂਗੀਰ ਸਤਿਗੁਰੂ ਪਾਤਸ਼ਾਹ ਨਹੀਂ ਸਣ ਚਾਹੁੰਦੇ ਉਹਨਾਂ ਦੀ ਭਾਣੇ ਦੀ ਖੇਡ ਵਿੱਚ ਕੋਈ ਬੰਦਾ ਵਿਘਨ ਪਾਵੇ, ਉਹ ਨਹੀਂ ਸਣ ਚਾਹੁੰਦੇ। ਮਾਫ ਕਰਨਾ, ਉਹ ਜ਼ਿੰਦਗੀ ਦੇ ਨਾਲੋਂ ਜੀਵਨ ਦੇ ਨਾਲੋਂ ਪਰਮੇਸ਼ਰ ਦਾ ਭਾਣਾ ਮੰਨਣਾ ਉਹ ਕਰੋੜਾਂ ਗੁਣਾ ਚੰਗਾ ਸਮਝਦੇ ਸਨ। ਕਹਿੰਦੇ ਇਹ ਸਾਰੀਆਂ ਗੱਲਾਂ ਬਾਦਸ਼ਾਹ ਜਹਾਂਗੀਰ ਕਹਿੰਦੇ ਨੇ, ਭਾਵੇਂ ਬਾਦਸ਼ਾਹ ਜਹਾਂਗੀਰ ਭਾਵੇਂ ਸਾਈਂ ਮੀਆਂ ਮੀਰ ਪਾਸੋਂ ਸੁਣ ਚੁੱਕਾ ਸੀ, ਪਰ ਜਦੋਂ ਗੁਰੂ ਹਰਗੋਬਿੰਦ ਜੀ ਆਏ ਇੱਥੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਾਹੀ ਠਾੜ ਬਾੜ ਵੇਖ ਕੇ ਰਾਜਾ ਮਹਾਰਾਜਾ ਵਰਗੀ ਰਹਿਣੀ ਪੈਣੀ, 2 ਤਲਵਾਰਾਂ ਪੈਣੀਆਂ ਨੇ,
ਪਰ ਜਦੋਂ ਬਚਨ ਵਿਲਾਸ ਚੱਲੇ, ਹਿੰਦੂ ਧਰਮ ਚੰਗਾ, ਮੁਸਲਮਾਨ ਚੰਗਾ, ਉਸ ਮੌਕੇ ਗੁਰੂ ਹਰਗੋਬਿੰਦ ਜੀ ਨੇ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਸਮਝਾਇਆ, ਰੱਬ ਦੇ ਘਰ 'ਚ ਜਾਤਾਂ ਨਹੀਂ, ਉੱਥੇ ਮਜ਼ਹਬ ਨਹੀਂ, ਉੱਥੇ ਕਰਮ ਦੇਖੇ ਜਾਣਗੇ। ਬਾਦਸ਼ਾਹ ਜਹਾਂਗੀਰ ਸਮਝ ਗਿਆ, ਭਾਵੇਂ ਇਹਨਾਂ ਦੀ ਬਾਹਰੀ ਰਹਿਣੀ ਬਹਿਣੀ ਰਾਜਿਆਂ ਵਾਲੀ ਹੈ, ਪਰ ਇਹਨਾਂ ਦੀ ਅੰਦਰੂਨੀ ਅਵਸਥਾ ਫਕੀਰਾਂ ਵਾਲੀ ਖਾਲਸਾ ਦੀ। ਉਹਦੇ ਮਨ ਦਾ ਸ਼ੰਕਾ ਨਿਵਰਤ ਹੋ ਗਿਆ, ਇਹ ਰਾਜੇ ਹੀ ਨਹੀਂ, ਇਹ ਜੋਗੀ ਵੀ ਹਨ। ਇਹ ਰਾਜੇ ਹੀ ਨਹੀਂ, ਇਹ ਜੋਗੀ ਵੀ ਹਨ। ਇਹ ਰਾਜੇ ਹੀ ਨਹੀਂ, ਇਹ ਫਕੀਰ ਵੀ ਹਨ। ਕਹਿੰਦੇ ਬਾਦਸ਼ਾਹ ਜਹਾਂਗੀਰ ਨੇ ਸ਼ਰਧਾ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਸੀਸ ਨਿਵਾ ਦਿੱਤਾ। ਬਾਦਸ਼ਾਹ ਕਹੀ ਜਾਂਦੇ ਸਨ, ਬਾਦਸ਼ਾਹ ਜਹਾਂਗੀਰ ਉੱਥੇ ਜਾਤ ਨਹੀਂ ਕਿਸੇ ਦੀ ਕੋਈ ਪੁੱਛਦਾ, ਉੱਥੇ ਪੈਣਾ ਮੁੱਲ ਅਮਲਾਂ ਦਾ। ਜਾਤ ਨਾ ਕਿਸੇ ਦੀ ਕੋਈ ਪਾਣੋ ਮੁੱਲ ਅਮਲਾਂ ਦਾ, ਉੱਥੇ ਜਾਤ ਨਾ ਕਿਸੇ ਦੀ ਕੋਈ ਪੁੱਛਦਾ, ਕਿਤੇ ਵੀ ਕੋਈ ਪੁੱਛਦਾ, ਪੈਣਾ ਮੁੱਲ ਅਮਲਾਂ ਦਾ। ਜਾਤ ਨਾ ਕਿਸੇ ਦੀ ਕੋਈ ਮੁੱਲ ਪੈਣਾ ਅਮਲਾਂ ਦਾ, ਉੱਥੇ ਮੁੱਲ ਪੈਣਾ ਅਮਲਾਂ ਦਾ ਜੀ, ਬਾਬਾ ਬਾਬਾ ਮੁੱਲ ਪੈਣਾ ਅਮੂਲਾਂ ਦਾ। ਬਾਬਾ ਬਾਬਾ ਮੁੱਲ ਪੈਣਾ ਅਮਲਾਂ ਦਾ ਜੀ, ਬਾਬਾ ਬਾਬਾ ਮੁੱਲ ਪੈਣਾ ਅਮਲਾਂ ਦਾ। ਉੱਥੇ ਜਾਤ ਨਾ ਕਿਸੇ ਦੀ ਕੋਈ ਪੁੱਛਦਾ, ਉੱਥੇ ਜਾਤ ਨਾ ਕਿਸੇ ਦੀ ਕੋਈ ਪੁੱਛਦਾ। ਜਾਤ ਨਾ ਕਿਸੇ ਦੀ ਕੋਈ ਪੁੱਛਦਾ, ਉੱਥੇ ਜਾਤ ਨਾ ਕਿਸੇ ਦੀ ਕੋਈ ਪੁੱਛਦਾ। ਜਾਤ ਨਾ ਕਿਸੇ ਦੀ ਕੋਈ ਮੁੱਲ ਪੈਣਾ ਅਮਲਾਂ, ਜਾਤ ਨਾ ਕਿਸੇ ਦੀ ਕੋਈ ਉਹ ਪੈਣਾ। ਬਾਦਸ਼ਾਹ ਜਹਾਂਗੀਰ ਅੱਗੇ ਜਾਤਾਂ ਨਹੀਂ ਵੇਖੀਆਂ ਜਾਣੀਆਂ, ਅੱਗੇ ਗੱਲ ਜਾਤਾਂ ਤੇ ਮਜ਼ਹਬਾਂ ਤੇ ਨਹੀਂ ਮੁੱਕਣੀ, ਅੱਗੇ ਤਾਂ ਗੱਲ ਅਮਲਾਂ ਤੇ ਨਿਬੜਨੀ ਹੈ, ਕਰਮਾਂ ਤੇ ਨਿਬੜਨੀ ਹੈ। ਬਾਦਸ਼ਾਹ ਜਹਾਂਗੀਰ ਦੀ ਬੜੀ ਤਸੱਲੀ ਹੋਈ,
ਸਤਿਗੁਰੂ ਗੁਰੂ ਹਰਗੋਬਿੰਦ ਸਮਾਰ ਦੇ ਚਰਨਾਂ ਵਿੱਚ ਦਰਸ਼ਨ ਭੇਟ ਗੁਰੂ ਕੀ ਸੰਗਤ ਇਹਨੇ ਨਜ਼ਰਾਨਾ ਵੀ ਰੱਖਿਆ ਤੇ ਹਜ਼ੂਰ ਦਾ ਸਤਿਕਾਰ ਵੀ ਕੀਤਾ। ਨਿੱਤਾ ਪ੍ਰਤੀ ਸਤਿਗੁਰੂ ਗੁਰੂ ਹਰਗੋਬਿੰਦ ਸਮਾਰ ਦੇ ਨਾਲ ਇਹ ਨਿੱਤਾ ਪ੍ਰਤੀ ਸ਼ਿਕਾਰ ਖੇਡਣ ਵਾਸਤੇ ਜਾਂਦਾ। ਇਹਨੇ ਸੁਣਿਆ ਸੀ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਗੁਰੂ ਕੀ ਸੰਗਤ ਜਿਨ੍ਹਾਂ ਨੂੰ ਸ਼ਿਕਾਰ ਖੇਡਣ ਦਾ ਬੜਾ ਸ਼ੌਂਕ ਆ, ਤਲਵਾਰ ਦੇ ਧਨੀ ਹਨ, ਪੂਰੇ ਨਿਸ਼ਾਨੇਬਾਜ਼ ਹਨ। ਗੁਰੂ ਕੀ ਸੰਗਤ ਇਹ ਮਹਾਰਾਜ ਦੇ ਨਾਲ ਨਿੱਤਾ ਪ੍ਰਤੀ ਗੁਰੂ ਕੀ ਸੰਗਤ ਸ਼ਿਕਾਰ ਖੇਡਣ ਜਾਂਦਾ। ਗੁਰੂ ਕੀ ਸੰਗਤ ਜਿਹੜਾ ਜਾਨਵਰ ਜਾਂ ਪੰਛੀ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦਾ ਕਲਗੀਧਰ ਪਾਤਸ਼ਾਹ ਦੇ ਤੀਰ ਨਾਲ ਮਰਦਾ ਸੀ, ਮੁੜ ਕੇ ਕਿਸੇ ਜੂਨੀ ਵਿੱਚ ਨਹੀਂ ਸੀ ਜਾਂਦਾ, ਖਾਲਸਾ ਜੀ ਜੀਵਨ ਮੁਕਤ ਹੋ ਜਾਂਦਾ ਸੀ। ਅੱਜ ਕਈ ਦਿਨ ਗੁਜ਼ਰ ਗਏ, ਬਾਦਸ਼ਾਹ ਜਹਾਂਗੀਰ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਸਮਾਰ ਦੇ ਨਾਲ ਬਾਦਸ਼ਾਹ ਜਹਾਂਗੀਰ ਦੀ ਨੇੜਤਾ ਵੱਧਦੀ ਗਈ। ਉੱਲੂ ਸੂਰਜ ਚੜਿਆ ਵੇਖ ਕੇ ਉੱਲੂ ਘਬਰਾਵੇ, ਗੁਰ ਅਪਰਾਧੀ ਨਿੰਦਕਾ ਹਰ ਜਸ ਨਾ ਭਾਵੈ। ਕਹਿੰਦੇ ਨੇੜਤਾ ਹੁੰਦੀ ਦੇਖ ਕੇ ਚੰਦੂ ਦਾ ਸਾਹ ਸੁੱਕਦਾ ਸੀ, ਰੰਗ ਉੱਡਦੇ ਸਨ। ਕਿਤੇ ਮਾਫ ਕਰਨਾ, ਬਾਦਸ਼ਾਹ ਜਹਾਂਗੀਰ ਦੇ ਪਾਸ ਸਤਿਗੁਰੂ ਗੁਰੂ ਹਰਗੋਬਿੰਦ ਸਮਾਰ ਮੇਰੀਆਂ ਕਾਲੀਆਂ ਕਰਤੂਤਾਂ ਨੂੰ ਖੋਲ ਕੇ ਰੱਖ ਦੇਣ। ਗੁਰੂ ਕੀ ਸੰਗਤ ਇੱਧਰ ਕਹਿੰਦੇ ਨੇ ਇੱਕ ਦਿਨ ਬਾਦਸ਼ਾਹ ਜਹਾਂਗੀਰ ਸਤਿਗੁਰੂ ਗੁਰੂ ਹਰਗੋਬਿੰਦ ਸਮਾਰ ਦੇ ਨਾਲ ਜੰਗਲ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦਾ। ਕਿਸੇ ਨੇ ਆ ਕੇ ਬਾਦਸ਼ਾਹ ਜਹਾਂਗੀਰ ਨੂੰ ਦੱਸਿਆ ਵੀ ਇਹ ਸਾਹਮਣੇ ਖੱਡ ਵਿੱਚ ਨਾ ਇੱਕ ਬੜਾ ਖੁੰਖਾਰੂ ਸ਼ੇਰ ਬੈਠਾ। ਬਾਦਸ਼ਾਹ ਜਹਾਂਗੀਰ ਨੇ ਸੁਣਿਆ ਸੀ ਕਿ ਗੁਰੂ ਹਰਗੋਬਿੰਦ ਸਮਾਰ ਜੀ ਤਲਵਾਰ ਦੇ ਧਨੀ ਹਨ। ਇਹਦੇ ਪਾਤਸ਼ਾਹ ਨੇ ਬਾਦਸ਼ਾਹ ਜਹਾਂਗੀਰ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਮਾਰ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਪਤਾ ਲੱਗਾ ਕਿ ਇੱਧਰ ਦੱਖਣ ਵੱਲ ਦਿੱਲੀ ਦੇ ਇੱਕ ਖੱਡ ਦੇ ਵਿੱਚ ਇੱਕ ਬੜਾ ਖੰਖਾਰੂ ਸ਼ੇਰ ਬੈਠਾ ਹੈ ਤੇ ਉਸ ਸ਼ੇਰ ਦਾ ਸ਼ਿਕਾਰ ਕੀਤਾ ਜਾਵੇ। ਪਾਤਸ਼ਾਹ ਲੱਗੇ ਕਿ ਬਾਦਸ਼ਾਹ ਜਹਾਂਗੀਰ ਜਿਵੇਂ ਤੇਰੇ ਮਨ ਦੀ ਮਰਜ਼ੀ ਵਿੱਚ ਚੱਲੀਏ। ਹਜ਼ੂਰ ਗੁਰੂ ਕੀ ਸੰਗਤ ਘੋੜੇ ਤੇ ਸਵਾਰ ਨੇ, ਬਾਦਸ਼ਾਹ ਜਹਾਂਗੀਰ ਹਾਥੀ ਤੇ ਸਵਾਰ ਹੈ। ਕਹਿੰਦੇ ਨੇ ਗੁਰੂ ਕੀ ਸੰਗਤ ਜਦੋਂ ਖੱਡ ਦੇ ਨੇੜੇ ਪੁੱਜੇ ਨਾ, ਉਹ ਖੰਖਾਰੂ ਸ਼ੇਰ ਕਿਹੜੀ ਨਸਲ ਦਾ ਸ਼ੇਰ, ਸ਼ੇਰਾਂ ਦੀਆਂ ਨਸਲਾਂ ਹੁੰਦੀਆਂ ਨੇ, ਨਿਕਲਿਆ ਖੱਡ ਦੇ ਵਿੱਚੋਂ। ਸ਼ੇਰ ਦੀ ਭਬਕ ਬੜੀ ਹੁੰਦੀ, ਸ਼ੇਰ ਦੀ ਗਰਜ ਬੜੀ ਹੁੰਦੀ। ਕਹਿੰਦਾ ਜਦੋਂ ਸ਼ੇਰ ਗਰਜਿਆ ਨਾ, ਉਹ ਜਿੰਨੇ ਵੀ ਬਾਦਸ਼ਾਹ ਜਹਾਂਗੀਰ ਦੇ ਵਜ਼ੀਰ ਮੰਤਰੀ ਐਹਲਕਾਰ ਸਨ, ਉਹਨਾਂ ਸਾਰਿਆਂ ਦੇ ਘੋੜੇ ਦੌੜ ਗਏ। ਸਾਧ ਸੰਜੂ ਘੋੜੇ ਦੌੜ ਗਏ ਤੇ ਬਾਦਸ਼ਾਹ ਜਹਾਂਗੀਰ ਹਾਥੀ ਤੇ ਬੈਠਾ ਤੇ ਹਾਥੀ ਕੰਬ ਰਿਹਾ ਸ਼ੇਰ ਨੂੰ ਵੇਖ ਕੇ। ਉਸ ਮੌਕੇ ਬਾਦਸ਼ਾਹ ਜਹਾਂਗੀਰ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਮਾਰ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜੀ ਕਿਰਪਾ ਕਰੋ, ਇਸ ਸ਼ੇਰ ਦਾ ਸ਼ਿਕਾਰ ਤੁਸੀਂ ਕਰੋ। ਇਹੋ ਜਿਹੇ ਸ਼ੇਰ ਦਾ ਸ਼ਿਕਾਰ ਕਰਨਾ ਇਹ ਮੇਰੇ ਵੱਸ ਦੀ ਗੱਲ ਨਹੀਂ ਹੈ, ਮੈਨੂੰ ਤਾਂ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਵੀ ਇੱਥੋਂ ਬਚਣਾ ਬੜਾ ਮੁਸ਼ਕਿਲ ਹੈ। ਉਸ ਮੌਕੇ ਗੁਰੂ ਹਰਗੋਬਿੰਦ ਸਮਾਰ ਨੇ ਆਖਿਆ ਸੀ ਸਮਾਂ ਥੋੜਾ, ਗੱਲ ਜ਼ਿਆਦਾ ਕਹਿਣੀ ਹੈ। ਪਾਤਸ਼ਾਹ ਨੇ ਆਖਿਆ ਸੀ ਬਾਦਸ਼ਾਹ ਜਹਾਂਗੀਰ ਡਰਦਾ ਕਿਉਂ ਹੈ? ਇਹ ਤੇਰਾ ਚਾਚਾ ਕਾਸਮ ਬੇਗ ਹੈ, ਕਾਸਮ ਬੇਗ ਜਿਹੜਾ ਸ਼ੇਰ ਦੀ ਚੂਨੀ 'ਚ ਪਿਆ। ਜਦੋਂ ਤੇਰਾ ਪਿਤਾ ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਚੱਲ ਕੇ ਗਿਆ ਸੀ ਨਾ, ਤੇਰੇ ਪਿਤਾ ਨੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਚਿਤੌੜਗੜ੍ਹ ਦਾ ਕਿਲਾ ਫਤਿਹ ਹੋ ਜੇ। ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਦੇ ਬਚਨਾ ਕਰਕੇ ਚਿਤੌੜ ਦਾ ਕਿਲਾ ਫਤਿਹ ਹੋਇਆ ਸੀ। ਆਖਿਆ ਕਿ ਤੇਰੇ ਪਿਤਾ ਮਾਫ ਕਰਨਾ ਅਕਬਰ ਬਾਦਸ਼ਾਹ ਨੇ ਆ ਪਾਰਗਣ ਦੇ ਲਾਗੇ ਦੇ ਲੱਗਦੇ 12 ਪਿੰਡਾਂ ਦੀ ਜਾਇਦਾਦ ਸਤਿਗੁਰੂ ਗੁਰੂ ਅਮਰਦਾਸ ਮਾਰ ਦੀ ਬੇਟੀ ਭਾਨੀ ਦੇ ਨਾਂ ਤੇ ਕਰਵਾਈ ਸੀ। ਆ ਤੇਰੇ ਚਾਚੇ ਕਾਸਮ ਬੇਗ ਨੇ ਨੱਕ ਵੱਟਦੇ ਤੇਰੇ ਪਿਓ ਅਕਬਰ ਨੂੰ ਆਖਿਆ ਸੀ ਕਿ ਜਾਂ ਤੇ ਮੁਸਲਮਾਨ ਬਾਦਸ਼ਾਹ ਹੋ ਕੇ ਇੱਕ ਹਿੰਦੂ ਗੁਰੂ ਦੀ ਸਿੱਖ ਗੁਰੂ ਦੀ ਬੇਟੀ ਦੇ ਨਾਂ ਤੇ 12 ਪਿੰਡਾਂ ਦੀ ਜਾਇਦਾਦ ਕਰਵਾ ਰਿਹਾ। ਗੁਰੂ ਸਾਹਿਬ ਲੱਗੇ ਕਹਿਣ ਉਹ ਨੱਕ ਵੱਟਣੇ ਕਰਕੇ ਤੇਰੇ ਚਾਚੇ ਕਾਸਮ ਬੇਗ ਨੂੰ ਆ ਸ਼ੇਰ ਦੀ ਜੂਨੀ ਪਈ ਹੈ, ਕਰ ਸ਼ਿਕਾਰ। ਹੁਣ ਸ਼ੇਰ ਅੱਖਾਂ ਕੱਢ ਕੇ ਵੇਖਦਾ, ਸ਼ੇਰ ਅੱਖਾਂ ਕੱਢ ਕੇ ਵੇਖਦਾ ਬਾਦਸ਼ਾਹ ਜਹਾਂਗੀਰ ਦੇ ਵੱਲ। ਉਹ ਆਂਦਾ ਮਹਾਰਾਜ ਇਹ ਤਾਂ ਮੈਨੂੰ ਖਾਣ ਨੂੰ ਪੈਂਦਾ, ਤੁਸੀਂ ਕਹਿੰਦੇ ਤੇਰਾ ਚਾਚਾ। ਗੁਰਦੇਵ ਕਹਿੰਦੇ ਭਾਵੇਂ ਨੇ ਨੱਕ ਵੱਟੀ ਸੀ ਪਰ ਦਰਸ਼ਨ ਕੀਤੇ ਸਨ। ਨੱਕ ਵੱਟਣ ਕਰਕੇ ਇਹਨੂੰ ਸ਼ੇਰ ਦੀ ਜੂਨੀ ਮਿਲੀ, ਪਰ ਜਿਹੜੇ ਗੁਰੂ ਅਮਰਦਾਸ ਮਹਾਰਾਜ ਦੇ ਮਾਫ ਕਰਨਾ ਦਰਸ਼ਨ ਕੀਤੇ ਸਨ ਨਾ, ਇਹਨੂੰ ਦਰਸ਼ਨਾਂ ਕਰਕੇ ਗਿਆਨ ਹੈ ਕਿ ਜੇ ਮੈਂ ਬਾਦਸ਼ਾਹ ਜਹਾਂਗੀਰ ਦੇ ਹੱਥੋਂ ਮਰਿਆ ਮੇਰਾ ਭਲਾ ਨਹੀਂ ਹੋਣਾ, ਤੇ ਜੇ ਇਸ ਕਰਕੇ ਤੇਰੇ ਵੱਲ ਅੱਖਾਂ ਕੱਢ ਕੇ ਵੇਖਦਾ, ਤੇ ਜੇ ਮੈਂ ਬਾਦਸ਼ਾਹ ਗੁਰੂ ਹਰਗੋਬਿੰਦ ਸਮਾਰ ਦੇ ਹੱਥੋਂ ਮਰਿਆ ਮੇਰੀ ਕਲਿਆਣ ਹੋਵੇਗੀ। ਉਸ ਮੌਕੇ ਬਾਦਸ਼ਾਹ ਜਹਾਂਗੀਰ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ, ਇਹਦੀ ਕਲਿਆਣ ਛੇਤੀ ਕਰੋ, ਨਹੀਂ ਤਾਂ ਇਹਨੇ ਮੇਰੀ ਕਲਿਆਣ ਕਰ ਦੇਣੀ ਹੈ ਜਿਹੜਾ ਮੇਰੇ ਵੱਲ ਵੇਖਦਾ ਪਿਆ। ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਘੋੜੇ ਤੋਂ ਉਤਰੇ ਨੇ ਥੱਲੇ, ਇੱਕ ਹੱਥ 'ਚ ਢਾਲ ਹੈ ਤੇ ਦੂਜੇ ਹੱਥ ਵਿੱਚ ਖਾਲਸਾ ਦੀ ਸ੍ਰੀ ਸਾਹਿਬ ਤਲਵਾਰ। ਗੁਰੂ ਕੀ ਸੰਗਤ ਪਾਤਸ਼ਾਹ ਜੋ ਅੱਗੇ ਵਧੇ ਨਾ ਤੇ ਸ਼ੇਰ ਨੂੰ ਵੰਗਾ ਰਿਹਾ ਤੇ ਸ਼ੇਰ ਅੱਗੋਂ
ਨੀਵੀਂ ਸੱਟ ਕੇ ਨਾ ਬਹਿ ਗਿਆ। ਉਹ ਸ਼ੇਰ ਨੂੰ ਗਿਆਨ ਹੈ ਕਿ ਨੱਕ ਵੱਟੀ ਸੀ ਤੇ ਜੂਨੀ ਸ਼ੇਰ ਦੀ ਮਿਲੀ ਗੁਰੂ ਅਮਰਦਾਸ ਜੀ ਨੂੰ ਵੇਖ ਕੇ। ਮਾਫ ਕਰਨਾ, ਨੱਕ ਵੱਟੀ ਸੀ, ਮਾਫ ਕਰਨਾ। ਤੇ ਜੇ ਹੁਣ ਗੁਰੂ ਦੇ ਉੱਤੇ ਵਾਰ ਕੀਤਾ ਤੇ ਗੁਰੂ ਕੀ ਸੰਗਤ ਪਤਾ ਨਹੀਂ ਕਿਸ ਨਖੁੱਦ ਜੂਨੀ ਵਿੱਚ ਪੈਣਾ ਪੈ ਜਾਏ। ਸ਼ੇਰ ਨਾ ਨੀਵਾਂ ਸਿਰ ਸੱਟ ਕੇ ਬਹਿ ਗਿਆ। ਸਤਿਗੁਰੂ ਗੁਰੂ ਹਰਗੋਬਿੰਦ ਜੀ ਕਹਿੰਦੇ ਉਹਦਾ ਨੱਕ ਵੱਡੀ ਸੀ, ਤੈਨੂੰ ਫਲ ਮਿਲਿਆ। ਕਾਹਨੂੰ ਜਾਤ ਨੂੰ ਲਾਜ ਲਾਉਣਾ? ਕਦੇ ਸ਼ੇਰ ਵੀ ਸਿਰ ਸੱਟ ਕੇ ਮਰਦੇ ਹੁੰਦੇ ਨੇ। ਤਗੜਾ ਹੋ ਤੇਰਾ ਭਲਾ ਕਰੀਏ। ਜਦੋਂ ਪਾਤਸ਼ਾਹ ਨੇ ਵੰਗਾਰਿਆ, ਲਲਕਾਰਿਆ ਤੇ ਸ਼ੇਰ ਭਬਕਿਆ। ਜਦੋਂ ਸ਼ੇਰ ਭਬਕਿਆ, ਪਾਤਸ਼ਾਹ ਨੇ ਦੇ ਕੇ ਢਾਲ ਦੀ ਓਟ ਢਾਲ ਕਰਕੇ ਇਹਦੇ ਮੂੰਹ ਦੇ ਅੱਗੇ ਕੀਤਾ ਤਲਵਾਰ ਦਾ ਵਾਰ। ਇਹਦੇ ਪੇਟ ਦੇ ਉੱਤੇ ਇਹਦਾ ਪੇਟ ਫਟ ਗਿਆ। ਉਹਦੇ ਵਿੱਚੋਂ ਕਾਸਮ ਬੇਗ ਦੀ ਨਾ ਗੁਰੂ ਕੀ ਸੰਗਤ ਰੂਹ ਨਿਕਲ ਕੇ ਨਾ ਸੱਚਖੰਡ ਨੂੰ ਜਾਂਦੀ ਬਾਦਸ਼ਾਹ ਜਹਾਂਗੀਰ ਨੂੰ ਦਿਖਾਤੀ। ਬਾਦਸ਼ਾਹ ਜਹਾਂਗੀਰ ਨਿੱਤਾ ਪ੍ਰਤੀ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਮਨ ਹੀ ਮਨ ਸ਼ਰਧਾਲੂ ਬਣਦਾ ਜਾ ਰਿਹਾ ਸੀ। ਪਰ ਚੰਦੂ ਨੇ ਸੋਚਿਆ, ਮਾਫ ਕਰਨਾ, ਉਹ ਦਿਨ ਦੂਰ ਨਹੀਂ ਜਿਸ ਦਿਨ ਮੇਰੀਆਂ ਕੀਤੀਆਂ ਕਰਤੂਤਾਂ ਦਾ ਫਲ ਜੇ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਨੇੜੇ ਇਸੇ ਤਰ੍ਹਾਂ ਹੀ ਹੁੰਦਾ ਗਿਆ ਤੇ ਇੱਕ ਦਿਨ ਮੈਨੂੰ ਮੇਰੀਆਂ ਕੀਤੀਆਂ ਕਰਤੂਤਾਂ ਦਾ ਫਲ ਜ਼ਰੂਰ ਬਾਦਸ਼ਾਹ ਜਹਾਂਗੀਰ ਪਾਸੋਂ ਗੁਰੂ ਸਾਹਿਬ ਦਵਾ ਦੇਣਗੇ। ਇਹਨੇ ਫਿਰ ਸਾਧ ਸੰਗ ਚਾਲ ਚੱਲੀ। ਪਰ ਸੱਜਣੋ ਕਦੇ ਸੱਪਾਂ ਦੇ ਸਿਰਾਂ ਤੇ ਦੀਵੇ ਜਗਦੇ ਨੇ, ਕਦੇ ਸ਼ੇਰਾਂ ਦੇ ਸਿਰਾਂ ਤੇ ਦੀਵੇ ਜਗਦੇ ਨੇ। ਆਹ ਜੇ ਝੂਠ ਨੇ ਵੀ ਸੱਚ ਬਣ ਜਾਣਾ ਤੇ ਫਿਰ ਸੱਚ ਨੂੰ ਦੁਨੀਆ ਦੇ ਕੌਣ ਪੁੱਛੇਗਾ? ਜੇ ਝੂਠ ਨੇ ਵੀ ਸੱਚ ਬਣ ਜਾਣਾ, ਸੱਚ ਨੂੰ ਦੁਨੀਆ ਦੇ ਕੌਣ ਪੁੱਛੂਗਾ? ਜੇ ਸੱਚ ਨੇ ਵੀ ਝੂਠ ਬਣ ਜਾਣਾ ਤੇ ਫਿਰ ਸੱਚ ਵੀ ਕੀ ਹੋਇਆ? ਇਹਨੇ ਕਰਕੇ ਕੁਝ ਨਜੂਮੀਏ ਤਿਆਰ ਤੇ ਨਜੂਮੀਆਂ ਨੂੰ ਕਹਿੰਦਾ ਜਦੋਂ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਲੱਗਾ ਹੋਵੇ ਨਾ ਜਾਂ ਪੋਥੀਆਂ ਵਗੈਰਾ ਲੈ ਕੇ ਵਹੀਆਂ ਵਗੈਰਾ ਲੈ ਕੇ ਨਾ ਬਾਦਸ਼ਾਹ ਜਹਾਂਗੀਰ ਨੂੰ ਐ ਕਰੋ, ਕਹਿੰਦਾ ਆ 1000 ਰੁਪਈਆ ਪਹਿਲਾਂ ਲੈ ਲਓ। ਨਜੂਮੀਆਂ ਨੂੰ ਕਹਿੰਦਾ 5000 ਰੁਪਈਆ ਬਾਅਦ ਚ ਦਿਆਂਗਾ। ਤੇ ਸਾਰੀ ਗੱਲ ਸਮਝਾ ਦਿੱਤੀ। ਬਾਦਸ਼ਾਹ ਨੂੰ ਜਾ ਕੇ ਕਹੋ ਕਿ ਤੁਹਾਡੇ ਤੇ 60 ਸਤੀ ਆਈ। 60 ਸਤੀ ਮਾਫ ਕਰਨਾ। ਤੇ ਬਾਦਸ਼ਾਹ ਪੁੱਛੇ 60 ਸਤੀ ਕੀ? ਆਖਿਆ ਜੀ ਜਾਨ ਲੇਵਾ 60 ਸਤੀ ਕਹਿਣਾ। ਇਹ 60 ਸਤੀ ਕਿਵੇਂ ਟਲ ਸਕਦੀ? ਆਖਿਆ ਜੀ ਜੇਕਰ ਤੁਹਾਡੇ ਨਿਮਿਤ ਕੋਈ ਬਹੁਤ ਵੱਡਾ ਮਹਾਂਪੁਰਸ਼, ਬਹੁਤ ਵੱਡਾ ਕਮਾਈ ਵਾਲਾ ਸਤਪੁਰਸ਼ ਕਿਤੇ 40 ਦਿਨ ਇਕਾਂਤ ਜਗ੍ਹਾ ਦੇ ਵਿੱਚ ਬੈਠ ਕੇ ਤੁਹਾਡੇ ਨਿਮਿਤ ਕੋਈ ਤਪ ਕਰੇ, ਕੋਈ ਨਾਮ ਜਪੇ, ਕੋਈ ਮਾਲਾ ਫੇਰੇ ਤੇ ਤੁਹਾਡੀ 60 ਸਤੀ ਟਲ ਸਕਦੀ। ਆਖਿਆ ਜੇ ਬਾਦਸ਼ਾਹ ਪੁੱਛੇ ਇਹੋ ਜਿਹਾ ਮਹਾਂਪੁਰਸ਼, ਆਖਿਆ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵੱਲ ਇਸ਼ਾਰਾ ਕਰ ਦੇਣਾ ਵੀ ਅੱਜ ਕੱਲ੍ਹ ਤੇਰੇ ਸ਼ਹਿਰ 'ਚ ਠਹਿਰੇ ਨੇ। ਦੂਜੇ ਦਿਨ ਨਜੂਮੀਏ ਕਹਿੰਦੇ ਨੇ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਲੱਗਿਆ ਹੋਇਆ। ਇਹੋ ਜਿਹੇ ਬੰਦਿਆਂ ਨੂੰ ਗੱਲਾਂ ਬਹੁਤੀਆਂ ਆਇਆ ਕਰਦੀਆਂ ਨੇ ਤੇ ਝੂਠਾ ਬੰਦਾ ਮੂੰਹ ਵੀ ਕਈ ਵਾਰੀ ਮੋੜ ਤਰੋੜ ਕੇ ਇਹੋ ਜਿਹਾ ਹੀ ਬਣਾ ਲੈਂਦਾ। ਖਾਲਸਾ ਜੀ ਕਹਿੰਦੇ ਨੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ 'ਚ ਨਜੂਮੀਏ ਪੁੱਜੇ। ਜਾ ਕੇ ਬੜਾ ਭੈੜਾ ਜਿਹਾ ਮੂੰਹ ਬਣਾਇਆ, ਬੜਾ ਪੁੱਠਾ ਜਿਹਾ ਮੂੰਹ ਬਣਾਇਆ, ਭੈੜਾ ਜਿਹਾ, ਬੜਾ ਰੋਣਾ ਜਿਹਾ ਮੂੰਹ ਬਣਾਇਆ, ਬਗਲ ਵਿੱਚ ਬਹੀਆਂ ਤੇ ਜਾ ਕੇ ਆਖਿਆ ਜਾ ਪਨਾਹ, ਜਾ ਪਨਾਹ, ਜਾ ਪਨਾਹ। ਬਾਦਸ਼ਾਹ ਜਹਾਂਗੀਰ ਕਹਿੰਦਾ ਉਹ ਕੀ ਗੱਲ ਹੋ ਗਈ? ਪੁੱਛਦਾ ਨਜੂਮੀ ਨੂੰ ਕੀ ਗੱਲ ਹੋ ਗਈ? ਤੇਰੇ ਚਿਹਰੇ ਤੇ ਰੌਣਕ ਨਹੀਂ, ਤੇਰੇ ਚਿਹਰੇ ਤੇ ਖੁਸ਼ੀ ਨਹੀਂ। ਉਸ ਮੌਕੇ ਨਜੂਮੀਆਂ ਨੇ ਆਖਿਆ ਬਾਦਸ਼ਾਹ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਪਈ। ਬਾਦਸ਼ਾਹ ਜਹਾਂਗੀਰ ਪੁੱਛਦਾ ਉਹ ਕਿਵੇਂ? ਆਖਿਆ ਜੀ ਸਰਕਾਰ ਆ ਮੈਂ ਵਹੀਆਂ ਵਾਚੀਆਂ ਨੇ, ਸਰਕਾਰ ਤੇ ਬਹੁਤ ਵੱਡੀ 60 ਸਤੀ ਆ ਰਹੀ। ਬਾਦਸ਼ਾਹ ਜਹਾਂਗੀਰ ਪੁੱਛਦਾ ਉਹ 60 ਸਤੀ ਕਿਹੋ ਜੀ? ਆਖਿਆ ਜੀ ਇਹੋ ਜੀ 60 ਸਤੀ ਮਾਫ ਕਰਨਾ ਤੁਹਾਡੀ ਜਾਨ ਵੀ ਲੈ ਸਕਦੀ, ਬਾਦਸ਼ਾਹ ਸਰਕਾਰ ਦੀ ਜਾਨ ਨੂੰ ਖਤਰਾ। ਬਾਦਸ਼ਾਹ ਜਹਾਂਗੀਰ ਕਹਿੰਦਾ ਮੇਰੀ 60 ਸਤੀ ਕਿਵੇਂ ਟਲ ਸਕਦੀ? ਆਖਿਆ ਨਜੂਮੀਆਂ ਨੇ ਜੇਕਰ ਤੁਹਾਡੇ ਨਿਮਿਤ ਕੋਈ ਬਹੁਤ ਵੱਡਾ ਮਹਾਂਪੁਰਸ਼ ਮਾਫ ਕਰਨਾ ਜਿਹਦਾ ਦੁਨੀਆ ਤੇ ਚੰਗਾ ਮਾਨ ਸਤਿਕਾਰ ਹੋਵੇ, ਤੁਹਾਡੇ ਨਿਮਿਤ ਕਿਸੇ ਇਕਾਂਤ ਜਗ੍ਹਾ ਤੇ ਬੈਠ ਕੇ 40 ਦਿਨ ਤਪੱਸਿਆ ਕਰੇ, ਮਾਲਾ ਫੇਰੇ, ਨਾਮ ਜਪੇ, ਤੁਹਾਡੀ 60 ਸਤੀ ਟਲ ਸਕਦੀ। ਬਾਦਸ਼ਾਹ ਜਹਾਂਗੀਰ ਲੱਗਾ ਕਹਿਣ ਲੱਗਾ ਬਈ ਇਹੋ ਜਿਹੇ ਮਹਾਂਪੁਰਸ਼ ਕਿਹੜੇ ਹੋ ਸਕਦੇ ਨੇ? ਨਜੂਮੀਆਂ ਨੇ ਆਖਿਆ ਜੀ ਤੁਹਾਡੇ ਸ਼ਹਿਰ 'ਚ ਠਹਿਰੇ ਨੇ, ਗੁਰੂ ਹਰਗੋਬਿੰਦ ਸਾਹਿਬ ਤੋਂ ਵੱਡਾ ਤੇ ਕੋਈ ਮਹਾਂਪੁਰਸ਼ ਨਹੀਂ ਹੋ ਸਕਦਾ। ਉਹ ਨਾਲੇ ਤੁਹਾਡੇ ਬਹੁਤ ਨੇੜੇ ਨੇ, ਉਹਨਾਂ ਨੂੰ ਬੇਨਤੀ ਕਰੋ। ਕਹਿੰਦੇ ਨੇ ਬਾਦਸ਼ਾਹ ਜਹਾਂਗੀਰ ਨੂੰ ਟਿਕਾਈ ਨਹੀਂ ਆਉਂਦੀ ਵੀ 60 ਸਤੀ ਆ ਗਈ, 60 ਸਤੀ ਆ ਗਈ, 60 ਸਤੀ ਆ ਗਈ। ਝੂਠ ਦੀਆਂ ਕੰਧਾਂ ਸਦਾ ਨਹੀਂ ਰਹਿੰਦੀਆਂ, ਰੇਤ ਦੀਆਂ ਕੰਧਾਂ ਇੱਕ ਦਿਨ ਢਹਿ ਜਾ ਕਰਦੀਆਂ ਹਨ। ਖਾਲਸਾ ਜੀ ਇੱਕ ਝੂਠ ਨੂੰ ਛੁਪਾਉਣ ਵਾਸਤੇ ਲੱਖਾਂ ਝੂਠ ਬੋਲਣੇ ਪੈਂਦੇ ਨੇ, ਪਰ ਇੱਕ ਦਿਨ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਕਹਿੰਦੇ ਬਾਦਸ਼ਾਹ ਜਹਾਂਗੀਰ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਆਪਣੇ ਸਿਪਾਹੀ ਭੇਜੇ ਤੇ ਪਾਤਸ਼ਾਹ ਨੂੰ ਬੁਲਾਇਆ। ਕਹਿੰਦੇ ਨੇ ਕਿ ਉੱਠ ਕੇ ਬੜਾ ਸਤਿਕਾਰ ਕੀਤਾ।
ਆਪਣੇ ਪਾਸ ਚੰਦਨ ਦੀ ਚੌਂਕੀ ਤੇ ਬਿਠਾਇਆ। ਬੇਨਤੀ ਕੀਤੀ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹਦਾ ਰੰਗ ਉੱਡਿਆ ਵੇਖ ਕੇ ਕਹਿੰਦੇ, ਬਾਦਸ਼ਾਹ ਜਹਾਂਗੀਰ ਕੀ ਗੱਲ ਹੋ ਗਈ? ਤੇਰਾ ਚਿਹਰੇ ਤੇ ਰੌਣਕ ਨਹੀਂ, ਤੇਰੇ ਚਿਹਰੇ ਤੇ ਖੁਸ਼ੀ ਨਹੀਂ। ਆਖਿਆ ਜੀ ਮੈਨੂੰ ਨਯੂਮੀਆਂ ਨੇ ਦੱਸਿਆ ਕਿ ਤੁਹਾਡੇ ਤੇ ਬਹੁਤ ਵੱਡੀ ਸਾੜ ਸਤੀ ਆਈ, ਬਹੁਤ ਵੱਡੀ ਸਾੜ ਸਤੀ ਆਈ। ਜਾਨ ਲੈਵਾ ਸਾੜ ਸਤੀ, ਮਹਾਰਾਜ ਮੇਰੀ ਜਾਨ ਵੀ ਜਾ ਸਕਦੀ, ਮਹਾਰਾਜ ਜੀ ਕਿਰਪਾ ਕਰੋ। ਮੈਨੂੰ ਨਾਲ ਇਹ ਵੀ ਦੱਸਿਆ, ਮੈਂ ਪੁੱਛਿਆ ਸਾੜ ਸਤੀ ਕਿਵੇਂ ਟਲ ਸਕਦੀ? ਜੀ ਤੁਹਾਡੇ ਨਿਮਿਤ ਕੋਈ ਬਹੁਤ ਵੱਡਾ ਮਹਾਂਪੁਰਸ਼ ਕਿਸੇ ਇਕਾਂਤ ਜਗ੍ਹਾ ਤੇ ਬੈਠ ਕੇ ਤੁਹਾਡੇ ਨਿਮਿਤ 40 ਦਿਨ ਨਾਮ ਜਪੇ, ਮਾਲਾ ਫੇਰੇ ਜਾਂ ਤਪ ਕਰੇ, ਤੁਹਾਡੀ ਇਹ ਸਾੜ ਸਤੀ ਟਲ ਸਕਦੀ। ਇਕਾਂਤ ਜਗ੍ਹਾ ਦੱਸੀ ਗਵਾਲੀਅਰ ਦਾ ਕਿਲਾ ਮਹਾਰਾਜ, ਤੇ ਮੈਂ ਇਸ ਕਰਕੇ ਤੁਹਾਨੂੰ ਸੱਦਿਆ, ਬੇਨਤੀ ਕੀਤੀ ਹੈ ਕਿ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕਿਹੜਾ ਹੋ ਸਕਦਾ? ਇਹ ਕੰਮ ਕਿਰਪਾ ਕਰਕੇ ਆਪ ਕਰੋ। ਸਤਿਗੁਰੂ ਗੁਰੂ ਹਰਗੋਬਿੰਦ ਸਮਰ ਹੱਸ ਪਏ। ਹਜ਼ੂਰ ਨੇ ਸੋਚਿਆ ਜੇ ਅਸੀਂ ਆਖਿਆ ਵੀ ਅਸੀਂ ਨਹੀਂ ਜਾਣਾ ਤੇ ਇਹਦੀ ਭਾਵਨਾ ਨੂੰ ਠੇਸ ਵੱਜੇਗੀ, ਕਿਉਂਕਿ ਇੰਨੀ ਦਿਨੀ ਬਾਦਸ਼ਾਹ ਜਹਾਂਗੀਰ ਸਤਿਗੁਰੂ ਗੁਰੂ ਹਰਗੋਬਿੰਦ ਸਮਰ ਦੇ ਬੜਾ ਨੇੜੇ ਹੋ ਚੁੱਕਾ ਸੀ। ਤੇ ਬਾਦਸ਼ਾਹ ਜਹਾਂਗੀਰ ਨੂੰ ਬਾਦਸ਼ਾਹ ਕਹਿੰਦੇ ਸਾੜ ਸਤੀ ਆਈ ਤਾਂ ਜ਼ਰੂਰ ਹੈ, ਪਰ ਬਾਦਸ਼ਾਹ ਜਹਾਂਗੀਰ ਤੇਰੇ ਤੇ ਨਹੀਂ ਆਈ, ਇਹ ਆਈ ਕਿਸੇ ਹੋਰ ਤੇ ਹੈ, ਪਰ ਅਸੀਂ ਫਿਰ ਵੀ ਜਾਵਾਂਗੇ। ਅੱਜ ਬਾਦਸ਼ਾਹ ਜਹਾਂਗੀਰ ਦੇ ਕਹਿਣ ਤੇ ਗਵਾਲੀਅਰ ਕਿਲਾ ਇੱਕ ਸਮੇਂ ਵਿੱਚ ਸਤਿਗੁਰੂ ਪਾਤਸ਼ਾਹ ਕਿੰਨੀਆਂ ਭਾਵਨਾ ਪੂਰੀਆਂ ਕਰਦੇ ਨੇ। ਗਵਾਲੀਅਰ ਕਿਲੇ ਦਾ ਦਰੋਗਾ ਹਰਦਾਸ ਜੋ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਨਿੱਤਾ ਪ੍ਰਤੀ ਅਰਦਾਸ ਕਰਦਾ ਸੀ, ਕਿਤੇ ਸੇਵਾ ਦਾ ਮੌਕਾ ਮਿਲ ਜਾਏ। ਗੁਰੂ ਸਾਹਿਬ ਦੇ ਸਿੱਖ ਚਾਹੁੰਦੇ ਸਨ ਕਿਤੇ ਚੰਦੂ ਲੱਗ ਜੇ ਹੱਥ ਤੇ ਇਹਨੂੰ ਦਿਨ 'ਚ ਚੰਨ ਵਿਖਾ ਦਈਏ, ਚੰਦੂ ਨੂੰ ਦਿਨ 'ਚ ਚੰਦ ਦਿਖਾ ਦਈਏ, ਜੇ ਕਿਤੇ ਹੱਥ ਲੱਗ ਜੇ ਤਾਂ ਮਾਫ ਕਰਨਾ। ਰਾਜੇ ਅਰਦਾਸਾਂ ਕਰਦੇ ਸਨ ਕਿ ਜੇ ਬਰੀ ਕਰਵਾ ਸਕਦਾ ਇਸ ਗਵਾਲੀਅਰ ਕਿਲੇ ਦੀ ਕੈਦ ਵਿੱਚੋਂ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਮਰ ਬਰੀ ਕਰਵਾ ਸਕਦੇ ਨੇ। ਪਰ ਚੰਦੂ ਚਾਹੁੰਦਾ ਸੀ ਪਾਤਸ਼ਾਹ ਨੂੰ ਕੈਦ ਖਾਨੇ ਵਿੱਚ ਪਾ ਦਿਆਂ, ਜੇਲ੍ਹ ਖਾਨੇ ਵਿੱਚ ਪਾ ਦਿਆਂ। ਭਾਵਨਾ ਚੰਦੂ ਦੀ ਵੀ ਪੂਰੀ ਕਰਨ ਲੱਗੇ ਨੇ, ਕਹਿ ਦਿਓ ਵੈਰ, ਭਾਵਨਾ ਚੰਦੂ ਦੀ ਵੀ ਪੂਰੀ ਕਰਨ ਲੱਗੇ ਨੇ। ਪਾਤਸ਼ਾਹ ਕਹਿੰਦੇ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੋਂ ਗਵਾਲੀਅਰ ਕਿਲੇ ਵਿੱਚ ਪੁੱਜਣਾ। ਜੇਲ੍ਹ ਦੇ ਦਰੋਗੇ ਹਰਦਾਸ ਦੇ ਪਾਸ ਕਹਿੰਦੇ ਬਾਦਸ਼ਾਹ ਜਹਾਂਗੀਰ ਨੇ ਵਜ਼ੀਰ ਖਾਨ ਦੇ ਨਾਂ ਦੇ ਵਜ਼ੀਰ ਨੂੰ ਭੇਜਣਾ, ਵਜ਼ੀਰ ਖਾਨ ਜਾਂ ਵਜੀਦ ਖਾਨ ਨੂੰ ਭੇਜਣਾ ਤੇ ਜਾ ਕੇ ਗੱਲ ਕਹਿਣੀ ਕਿ ਖਜ਼ਾਨੇ ਦੇ ਵਿੱਚੋਂ 500 ਸੋਨੇ ਦੀਆਂ ਮੋਹਰਾਂ ਨਿੱਤਾ ਪ੍ਰਤੀ ਗੁਰੂ ਸਾਹਿਬ ਦੇ ਪ੍ਰਬੰਧ ਵਾਸਤੇ ਦਿੱਤੀਆਂ ਜਾਣ, ਇਹਨਾਂ ਦੀ ਸੇਵਾ ਵਿੱਚ ਕੋਈ ਫਰਕ ਨਾ ਰਹਿਣ ਦਿੱਤਾ ਜਾਵੇ। ਪਰ ਖਾਲਸਾ ਜੀ ਅੱਜ ਉਹ ਗਵਾਲੀਅਰ ਦਾ ਕਿਲਾ ਜਿੱਥੇ ਦਿਨ ਦੇ ਸਮੇਂ ਵੀ ਸੂਰਜ ਦੀ ਰੋਸ਼ਨੀ ਨਹੀਂ ਸੀ ਪਹੁੰਚਦੀ, ਉਹ 52 ਰਾਜੇ ਮਾਫ ਕਰਨਾ ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਗੁਰ ਕਾ ਸਿੱਖ ਬਕਾਰ ਤੇ ਹਾਟੇ। ਅੱਜ ਗਵਾਲੀਅਰ ਕਿਲੇ ਦਾ ਕਿਲਾ ਸੱਚਖੰਡ ਦਾ ਰੂਪ ਬਣ ਗਿਆ। ਸਵੇਰੇ ਆਸਾ ਦੀ ਵਾਰ ਦੇ ਕੀਰਤਨ ਸਜਦੇ ਨੇ, ਖਾਲਸਾ ਦੀ ਸ਼ਾਮ ਦੇ ਦੀਵਾਨ ਸਜਦੇ, ਦੁਪਹਿਰ ਦੇ ਸਮੇਂ ਢਾਡੀਆਂ ਦੀਆਂ ਵਾਰਾਂ। ਅੱਜ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਜਿੰਨੇ ਕੈਦੀ ਸਨ ਆਨੰਦ ਪੈ ਮਾਣਦੇ ਨੇ। 52 ਰਾਜੇ ਜਿਨ੍ਹਾਂ ਪਾਸੋਂ ਬਾਦਸ਼ਾਹ ਜਹਾਂਗੀਰ ਨੇ ਰਿਆਸਤਾਂ ਖੋਹ ਕੇ ਇਹਨਾਂ ਦੇ ਰਾਜ ਖੋਏ ਸਨ, ਇਹ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜਦੇ ਨੇ। ਖਾਲਸਾ ਜੀ ਇੱਕ ਵਾਰੀ ਪੜ੍ਹ ਲਓ ਹਾਂ ਜਰਾ, ਅੱਜ ਗਵਾਲੀਅਰ ਦਾ ਕਿਲਾ ਇੱਕ ਕੈਦ ਨਾ ਰਹਿ ਕੇ ਮਾਨੋ ਸੱਚਖੰਡ ਬਣ ਗਿਆ ਹੋਵੇ। ਖਾਲਸਾ ਜੀ ਜਿੱਥੋਂ ਬੈਠ ਗਾ ਕਲਗੀਆਂ ਵਾਲੇ ਤੇ ਧਰਤੀ ਨੂੰ ਭਾਗ ਲੱਗ ਗਏ, ਬੈਠ ਗਏ ਕਲਗੀਆਂ ਧਰਤੀ ਨੂੰ ਭਾਗ ਲੱਗ ਗਿਆ ਜੀ ਤੇ ਬੈਠ ਗਏ। ਧਰਤੀ ਨੂੰ ਭਾਗ ਲੱਗ ਗਏ ਜੀ ਜਿੱਤੇ ਬੈਠ ਗਏ ਕਲਗੀਆਂ, ਧਰਤੀ ਨੂੰ ਭਾਗ ਲੱਗ ਗਏ ਜਿੱਤੇ ਬੈਠ ਗਏ।
ਗੁਰੂ ਪਿਆਰ ਧਰਤੀ ਨੂੰ ਭਾਗ ਲੱਗ ਗਏ ਜੀ ਬਾਬਾ ਬਾਬਾ ਧਰਤੀ ਨੂੰ ਭਾਗ ਲੱਗ ਗਏ ਬਾਬਾ ਬਾਬਾ ਧਰਤੀ ਨੂੰ ਭਾਗ ਲੱਗ ਗਏ ਜੀ ਬਾਬਾ ਬਾਬਾ ਧਰਤੀ ਨੂੰ ਭਾਗ ਲੱਗ ਗਏ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ ਜਿੱਥੇ ਬਹਿ ਗਏ ਨੇ ਕਲਗੀਆਂ ਵਾਲੇ ਧਰਤੀ ਨੂੰ ਭਾਗ ਲੱਗ ਗਏ दोवें समय गुरु के दरबार लगते गुरु के लंगर चलते 3 दिन गुजर गया गुरु साहब ने कोई प्रशादा पानी नहीं छकिया भाई प्राणा ते भाई जेठा जी वर्गे सिखा ने गुरु साहब के चरणों में बेनती की गरीब नवाज आप प्रशादा नहीं छकते गुरु साहब लगे कहन भाई प्राणिया भाई जेठिया ये वक्त के बादशाह का टैक्सां ते करां राही गरीबां दा खून चोड़ के टैक्स इकट्ठा किया धन असी इस धन का प्रशादा नहीं छकना गरीब नवाज की हुक्म है गुरुदेव ने आख्या भाई जेठिया भाई प्राणिया इंज करो तुसीं दोवें सिख जाके ना शहर दे विच मजदूरी करया करो शाम के समय जो तुसीं मजदूरी करके करया करोगे जो वटक होगी पैसों की वह राशन लैके आया करो फिर प्रशादा तैयार करके छकाया करो असीं छकिया करांगे साध संग ऐसा ही चलता रहा समा बीतदा तुरया जांदा सी चंदू बड़ियां चालां खेडदा सी किते हरदास नूं चिट्ठी लिख के भेजी कि माफ करना ऐदियां दे हत्थ नौकरां दे हत्थ चिट्ठी लिख के भेजी गुरु साहब दे खाने च जहर पा दिओ तुहानूं मैं 5000 सोने दीयां मोहरां देंगा ओ हरदास दो सतगुरु गुरु हरगोबिंद जी महाराज दा मन ही मन अनर श्रद्धालु सिख बन चुका सी ओने चंदू दीवान दे टहलकारां ते एहलकारां नूं आखिया ये काम मैं तो हो नहीं सकता ना मैं करना ते ना मैं कर सकता चंदू की कोई चाल ना चली 40 दिन पूरे होने ते गए बादशाह जहांगीर दे पास नजूमी ने फिर भेजे आख्या कि बादशाह ने कहो अजे 60 सदी पूरी नहीं टली करते करते समा बीतदा तुरया जांदा सी 6 महीने का समा बीत गया कहते ने इधर हरमंदर साहब दे विच सिखां विच परेशानी छा गई हैरानी छा गई कि पातशाह तां 40 दिन लई गुरु की संगत ग्वालियर किले की कैद में गए सन बादशाह के निमित्त कुछ जब तब करने वास्ते यह तो 6 महीने का समा पूरा होने ते जा रहा है इहो जे सिख सन भाई पुराने तो जेठ वर्गे सिख जेड़े देहां पलटनियां जानते सन कहते ने रात के समय बादशाह जहांगीर की छाती ते शेरां दा रूप धारण करके जा चढ़े बादशाह जहांगीर सुता पिया कंब उठिया जद नजर पई शेर कुरला उठिया कहते शेरां नूं कहंदा जान दिओ इन्हें बादशाह जहांगीर ने सोचा यही 60 सती आई आ दोवें हाथ जोड़ के गुरु हरगोबिंद साहब याद किया गुरु हरगोबिंद साहब जी मैनू बचाओ गुरु हरगोबिंद साहब जी मैंने बचाओ कहते ने उस शेरां दे रूप च आए सिख इन्होंने मर्दां वाली बोली च आख्या जे कल नूं गुरु हरगोबिंद साहब नूं ना छड्डिया रिहा किया ग्वालियर किले की कैद तू याद रखना अज तक गुरु हरगोबिंद साहब का वास्ता पा के बच गया पर कल नूं असीं तैनूं छड्डना नहीं
ਬਖਸ਼ਣਾ ਨਹੀਂ। ਇਹ ਕਹਿ ਕੇ ਇਹ ਸ਼ੇਰਾਂ ਵਾਲੇ ਸਰੀਰ ਧਾਰਨ ਕੀਤੇ, ਸਿੱਖ ਅਲੋਪ ਹੋ ਗਏ, ਅੰਤਰ ਧਿਆਨ ਹੋ ਗਏ। ਕਹਿੰਦੇ ਬਾਦਸ਼ਾਹ ਜਹਾਂਗੀਰ ਨੂੰ ਪਿਛਲੀ ਰਾਤੇ ਨੀਂਦ ਨਾ ਆਈ। ਦਿਨ ਚੜਿਆ, ਵਜ਼ੀਰਾਂ ਨਾਲ ਗੱਲ ਕੀਤੀ, ਜੀਦ ਖਾਨ ਨੂੰ ਫਿਰ ਗੁਰੂ ਕੀ ਸੰਗਤ ਭੇਜਿਆ ਗਿਆ, ਜਾਓ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਛੇਤੀ ਤੋਂ ਛੇਤੀ ਦਿੱਲੀ ਲੈ ਕੇ ਆਓ। ਉਧਰ ਰਾਜਿਆਂ ਨੂੰ ਜੋ ਪਤਾ ਲੱਗਾ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਗਵਾਲੀਅਰ ਦਾ ਕਿਲਾ ਛੱਡ ਕੇ ਜਾ ਰਹੇ ਨੇ, ਕਹਿੰਦੇ ਨੇ ਰਾਜਿਆਂ ਦੀਆਂ ਤਾਹਾਂ ਨਿਕਲ ਗਈਆਂ, ਗਰੀਬ ਨਵਾਜ ਕਿਰਪਾ ਕਰੋ, ਥੋੜਾ ਸਮਾਂ ਸੁਖ ਦਾ ਸਾਹ ਲਿਆ ਸੀ, ਗਰੀਬ ਨਵਾਜ ਸਾਨੂੰ ਛੱਡ ਕੇ ਨਾ ਜਾਓ। ਸਤਿਗੁਰੂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ ਇਹਨਾਂ 22 ਧਰ ਦੇ ਰਾਜਿਆਂ ਨੂੰ, 52 ਰਾਜੇ, ਇਹੀ 22 ਧਰ ਦੇ ਰਾਜੇ ਉਹ ਸਣ ਹੋਏ, ਮਾਫ ਕਰਨਾ ਹੋਏ ਜਿਨ੍ਹਾਂ ਦੇ ਪੋਤੇ ਜਿਹੜੇ 22 ਧਰ ਦੇ ਰਾਜੇ ਪੰਜਾਬ ਦੀ ਧਰਤੀ ਤੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਜਿਨ੍ਹਾਂ ਦੀ ਔਲਾਦ ਅੱਗੇ ਟੱਕਰਾਂ ਲੈਂਦੀ ਰਹੀ, ਮਾਫ ਕਰਨਾ ਮੁਕਾਬਲਾ ਕਰਦੀ ਰਹੀ। ਕਿਤੇ ਸਮਾਂ ਬਣਿਆ ਤੇ ਵਿਚਾਰ ਕਰਾਂਗੇ, ਇਧਰ ਨਾ ਜਾਈਏ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰਾਜ ਨੇ ਆਖਿਆ ਫਿਕਰ ਨਾ ਕਰੋ, ਤੁਹਾਨੂੰ ਛੱਡ ਕੇ ਨਹੀਂ ਜਾਂਦੇ। ਇਹ ਤੇ ਵਜ਼ੀਰ ਖਾਨ ਆਂਦਾ, ਵਜ਼ੀਰ ਖਾਨ ਆਂਦਾ, ਵਜ਼ੀਰ ਕਹਿ ਲੋ ਇਹਨੂੰ। ਗੁਰੂ ਸਾਹਿਬ ਨੇ ਆਖਿਆ ਵੀ ਬਾਦਸ਼ਾਹ ਜਹਾਂਗੀਰ ਨੂੰ ਕਹਿ ਦੋ ਵੀ ਅਸੀਂ ਇੰਜ ਨਹੀਂ ਜਾਣਾ, ਸਾਡੇ ਨਾਲ 52 ਰਾਜੇ ਵੀ ਹਨ, ਇਹਨਾਂ ਨੂੰ ਰਿਹਾ ਕਰਕੇ ਜਾਣਾ। ਵਜ਼ੀਰ ਖਾਨ ਨੇ ਸਾਰੀ ਗੱਲ ਬਾਦਸ਼ਾਹ ਜਹਾਂਗੀਰ ਨੂੰ ਦੱਸੀ ਕਿ ਗੁਰੂ ਸਾਹਿਬ ਕਹਿੰਦੇ ਅਸੀਂ ਇਕੱਲਿਆਂ ਨਹੀਂ ਜਾਣਾ। ਹੁਣ ਬਾਦਸ਼ਾਹ ਜਹਾਂਗੀਰ ਮਨ ਸੋਚਦਾ ਵੀ ਉਹ ਰਾਜੇ ਜਿਨ੍ਹਾਂ ਬਗਾਵਤ ਕੀਤੀ ਸੀ, ਮੈਂ ਗੁਰੂ ਹਰਗੋਬਿੰਦ ਸਿੰਘ ਗਵਾਲੀਅਰ ਭੇਜ ਕੇ ਉਲਟੀ ਮੁਸੀਬਤ ਖੜੀ ਕਰ ਲਈ, ਮਾਫ ਕਰ ਹੁਣ ਫਸਿਆ ਪਿਆ। ਜੇ ਕਹਿੰਦਾ ਕਿ ਮੈਂ 52 ਰਾਜੇ ਬਰੀ ਨਹੀਂ ਕਰਨੇ ਤੇ ਉਹ ਸ਼ੇਰ ਤੰਗ ਕਰਨਗੇ ਆ ਕੇ ਵੀ ਤੂੰ ਗੁਰੂ ਹਰਗੋਬਿੰਦ ਸਿੰਘ ਨੂੰ ਛੱਡਦਾ ਕਿਉਂ ਨਹੀਂ, ਮਾਫ ਕਰਨਾ। ਬਾਦਸ਼ਾਹ ਜਹਾਂਗੀਰ ਨੇ ਸੋਚ ਕੇ ਵਿਚਾਰ ਕੇ ਆਖਿਆ ਵਜ਼ੀਰ ਖਾਨ ਨੂੰ, ਆਖਿਆ ਜਾਓ ਗੁਰੂ ਸਾਹਿਬ ਨੂੰ ਕਹੋ ਤੁਹਾਡੇ ਚੋਗੇ ਦੀਆਂ ਕੰਨੀਆਂ ਫੜ ਕੇ ਜਿੰਨੇ ਰਾਜੇ ਆ ਜਾਣ, ਮਾਫ ਕਰਨਾ ਕਿਲੇ ਚੋਂ ਬਾਹਰ ਉਹਨੇ ਰਾਜੇ ਰਿਹਾ ਕਰਵਾ ਲਓ। ਇਹ ਸਾਰੀ ਗੱਲ ਵਜ਼ੀਰ ਖਾਨ ਨੇ ਗੁਰੂ ਸਾਹਿਬ ਨੂੰ ਦੱਸੀ। ਇਤਿਹਾਸ ਦੱਸਦਾ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਇੱਕ ਚੋਗਾ ਤਿਆਰ ਕੀਤਾ ਖਾਲਸਾ ਜੀ। ਉਹ ਚੋਗਾ ਰਾੜਾ ਸਾਹਿਬ ਦੇ ਨੇੜੇ ਘਟਾਣੀ ਕਲਾ ਪਿੰਡ ਸਾਹਿਬ ਗੁਰੂ ਹਰਗੋਬਿੰਦ ਸਿੰਘ ਦੇ ਨਾਂ ਤੇ ਗੁਰਦੁਆਰਾ ਬਣਿਆ। ਉੱਥੇ ਸ਼ੀਸ਼ੇ ਦੇ ਵਿੱਚ ਅਜੇ ਵੀ ਉਹ ਜੜ ਕੇ ਰੱਖਿਆ ਹੋਇਆ ਹੈ। ਜਿਹੜੇ ਲੋਕ ਉਸ ਇਲਾਕੇ ਨਾਲ ਸੰਬੰਧ ਰੱਖਦੇ ਨੇ ਉਹ ਜਾਣਦੇ ਨੇ 52 ਕਲੀਆਂ ਵਾਲਾ ਚੋਗਾ ਤਿਆਰ ਕਰਨਾ ਤੇ 52 ਰਾਜਿਆਂ ਨੂੰ ਕਹਿਣਾ ਕਿ ਸਾਡੇ ਚੋਗੇ ਦੀ ਇੱਕ ਇੱਕ ਕੰਨੀ ਫੜ ਲਓ। 52 ਰਾਜਿਆਂ ਨੂੰ ਬਰੀ ਕਰਵਾ ਕੇ ਦਿੱਲੀ ਬਾਦਸ਼ਾਹ ਜਹਾਂਗੀਰ ਦੇ ਪਾਸ ਪੁੱਜਣਾ। ਅੱਗੂ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ, ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਹਰਗੋਬਿੰਦ ਸਿੰਘ ਦਾ ਸਤਿਕਾਰ ਕਰਨਾ, ਆਪਣੇ ਸੱਜੇ ਪਾਸੇ ਬਿਠਾਉਣਾ, ਚੰਦਨ ਦੀ ਚੌਂਕੀ ਤੇ ਬਿਠਾਉਣਾ ਤੇ ਮਹਾਰਾਜ ਦੇ ਹੱਥ ਵਿੱਚ ਉਹ 52 ਮਹਾਰਾਜ ਦੇ ਹੱਥ ਵਿੱਚ ਕਪੂਰ ਸੁੱਚੇ ਮੋਤੀਆਂ ਦਾ ਬਣਿਆ, ਕਪੂਰ ਦੇ ਮਣਕਿਆਂ ਦਾ ਬਣਿਆ ਸਿਮਰਨਾ ਵੇਖ ਕੇ ਤੇ ਬਾਦਸ਼ਾਹ ਜਹਾਂਗੀਰ ਨੇ ਕਹਿਣਾ ਜੀ ਇਹ ਸਿਮਰਨਾ ਬਹੁਤ ਚੰਗਾ ਹੈ, ਇਹ ਸਿਮਰਨਾ ਬਹੁਤ ਪਿਆਰਾ ਹੈ, ਕਿਰਪਾ ਕਰਕੇ ਇਸ ਸਿਮਰਨੇ ਦਾ ਇੱਕ ਮਣਕਾ ਮੈਨੂੰ ਯਾਦ ਵਜੋਂ ਪਿਆਰ ਵਜੋਂ ਮਹਾਰਾਜ ਜੀ ਇੱਕ ਮਣਕਾ ਮੈਨੂੰ ਦਿਓ ਜੋ ਮੈਂ ਆਪਣੀ ਤਸਬੀਹ 'ਚ ਰੱਖਾਂਗਾ। ਅਸੀਂ ਮਾਲਾ ਕਹਿੰਦੇ ਹਾਂ, ਮੁਸਲਮਾਨ ਭਰਾ ਤਸਬੀਹ ਕਹਿੰਦੇ ਹਨ। ਆਖਿਆ ਆਪਣੀ ਤਸਬੀਹ 'ਚ ਰੱਖਾਂਗਾ, ਜਦੋਂ ਇਸ ਮਾਲਾ ਨੂੰ ਫੇਰਿਆ ਕਰਾਂਗਾ ਮੈਨੂੰ ਤੁਹਾਡੀ ਯਾਦ ਆਇਆ ਕਰੇਗੀ। ਬਾਦਸ਼ਾਹ ਲੱਗੇ ਕਹਿਣ ਬਾਦਸ਼ਾਹ ਜਹਾਂਗੀਰ ਤੂੰ ਇੱਕ ਮਣਕੇ ਦੀ ਗੱਲ ਕਰਦਾ, ਇਹਦੇ ਨਾਲੋਂ ਵੀ ਕਿਤੇ ਬੇਅੰਤ ਕੀਮਤ ਰੱਖਣ ਵਾਲੀ 108 ਮਣਕਿਆਂ ਦੀ ਬਣੀ ਮਾਲਾ ਜੋ ਹਮੇਸ਼ਾ ਮੇਰੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਗਲੇ 'ਚ ਰਹਿੰਦੀ ਸੀ। ਉਹ ਮਾਲਾ ਜਦੋਂ ਸਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੇਰੇ ਦੁਸ਼ਟ ਚੰਦੂ ਦੀਵਾਨ ਨੇ ਸਜ਼ਾਵਾਂ ਦੇ ਦੇ ਕੇ, ਤਸੀਹੇ ਦੇ ਦੇ ਕੇ, ਕਈ ਕਿਸਮ ਦੀਆਂ ਸਜ਼ਾਵਾਂ ਦੇ ਦੇ ਕੇ ਸ਼ਹੀਦ ਕੀਤਾ, ਉਹ ਮਾਲਾ ਤੇਰੇ ਚੰਦੂ ਦੀਵਾਨ ਦੇ ਘਰੇ ਪਈ ਆ। ਕਹਿੰਦੇ ਗੁਰੂ ਕੀ ਸੰਗਤ ਆਖਿਆ ਤੂੰ ਸਾਰੀ ਮਾਲਾ ਲੈ ਲੈ, ਇੱਕ ਮਣਕੇ ਨੂੰ ਕੀ ਕਰਨਾ। ਕਹਿੰਦੇ ਉਸ ਮੌਕੇ ਬਾਦਸ਼ਾਹ ਜਹਾਂਗੀਰ ਚੰਦੂ ਪਾਸ ਹੀ ਬੈਠਾ ਸੀ, ਸਾਧ ਸੰਗਤ ਦੀ ਰੰਗ ਆਉਂਦਾ ਸੀ, ਰੰਗ ਜਾਂਦਾ ਸੀ, ਮੌਤ ਦਿਸਦੀ ਸੀ, ਚਾਰ ਸਵੇਰੇ ਹਨੇਰਾ ਹੀ ਹਨੇਰਾ ਦਿਸਦਾ ਸੀ, ਰਾਹ ਨਹੀਂ ਸੀ ਦਿਸਦਾ, ਮੌਤ ਬੜਾ ਬੜਾ ਭਿਆਨਕ ਡਰਾਵਣੇ ਖਾਬ ਦੇਖਦਾ ਸੀ। ओह पापी को मारने के लिए पाप महाबली है। बादशाह जहांगीर कहता चंदू 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 ओ माला किथे जो गुरु अर्जन देव महाराज शहीद करन तो बाद तू अपने पास संभाल के रखी सी। चंदू वाका जा माला लैके गया, जदों घर माला लैन जाता है घर में फिर के खब्बे सज्जे मुड़ के आ जाता है जी माला नहीं मिली। गुरु हरगोबिंद साहब महाराज जी ने बादशाह जहांगीर नूं आख्या झूठ बोलता,
ਉਹ ਆਂਦਾ ਨਹੀਂ ਜੀ ਮੈਂ ਸੱਚ ਬੋਲਦਾ। ਗੁਰੂ ਸਾਹਿਬ ਨੇ ਆਖਿਆ ਬਾਦਸ਼ਾਹ ਜਹਾਂਗੀਰ ਅਸੀਂ ਆਪਣਾ ਇੱਕ ਸਿੱਖ ਭੇਜਦੇ ਹਾਂ, ਮਾਫ ਕਰਨਾ ਤੇ ਨਾਲ ਤੂੰ ਆਪਣੇ 2 ਸਿਪਾਹੀ ਭੇਜ ਦੇ, ਤੇ ਸਾਡਾ ਸਿੱਖ ਜਿੱਥੇ ਮਾਲਾ ਪਈ ਹੈ ਉਹ ਮਾਲਾ ਲੈ ਕੇ ਆ ਜਾਵੇਗਾ। ਬਾਦਸ਼ਾਹ ਜਹਾਂਗੀਰ ਨੇ ਕਹਿੰਦੇ ਨੇ ਆਪਣੇ 2 ਸਿਪਾਹੀ ਨਾਲ ਭੇਜੇ ਨੇ। ਗੁਰੂ ਸਾਹਿਬ ਨੇ ਪੂਰਨ ਕਮਾਈ ਵਾਲਾ ਸਿੱਖ ਭਾਈ ਜੇਠਾ ਭੇਜਿਆ। ਜਦੋਂ ਜੇਠਾ ਚੰਦੂ ਦੇ ਘਰੇ ਗਿਆ ਨਾ, ਭਾਈ ਜੇਠਾ ਜੀ ਨੇ ਨੇਤਰ ਬੰਦ ਕਰਕੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਮਾਲਾ ਅੰਮ ਕੇ ਸੰਦੂਕ ਦੇ ਵਿੱਚ ਪਈ ਹੈ। ਤੇ ਸਿਪਾਹੀਆਂ ਨੂੰ ਆਖਿਆ ਸੰਦੂਕ ਹੀ ਚੱਕ ਲਓ, ਤਲਾਸ਼ੀ ਕੀ ਕਰਨੀ ਹੈ। ਜਦੋਂ ਸੰਦੂਕ ਚੱਕ ਕੇ ਚਕਵਾ ਕੇ ਸਿਪਾਹੀਆਂ ਪਾਸੋਂ ਤੇ ਬਾਦਸ਼ਾਹ ਜਹਾਂਗੀਰ ਤੇ ਸੱਜੇ ਪਾਸੇ ਬਾਦਸ਼ਾਹ ਬੈਠੇ ਨੇ, ਮਾਫ ਕਰਨਾ ਕਹਿੰਦੇ ਨੇ ਕਿ ਉਹ ਸੰਦੂਕ ਬਾਦਸ਼ਾਹ ਜਹਾਂਗੀਰ ਦੇ ਅੱਗੇ ਰੱਖਿਆ। ਕਹਿੰਦੇ ਨੇ ਤਲਾਸ਼ੀ ਲਈ ਗਈ, 108 ਮਣਕਿਆਂ ਦੀ ਬਣੀ ਮਾਲਾ ਉਹ ਸੰਦੂਕ ਦੇ ਵਿੱਚੋਂ ਨਿਕਲੀ। ਸਿਆਣਿਆਂ ਦੀ ਕਹਾਵਤ ਹੈ, ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪੈਂਦੀਆਂ ਨੇ। ਮਾਲਾ ਸੱਪ ਦਾ ਰੂਪ ਬਣ ਗਈ। ਸੱਪ ਵੀ ਕਿਹੜਾ ਸੱਪ? ਫਨੀਅਸ ਸੱਪ। ਸੱਪ ਵੀ ਕਿਹੜਾ? ਸ਼ਾਹ ਕਾਲਾ ਸੱਪ। ਸੱਪ ਵੀ ਕਿਹੜਾ? ਇਹਦੇ ਪਾਪ ਸੱਪ, ਇਹਦੇ ਕੁਕਰਮ ਸੱਚ, ਇਹਦੇ ਜ਼ੁਲਮ ਸੱਪ, ਇਹਦੇ ਜ਼ੁਲਮ ਸੱਪ ਬਣ ਗਏ, ਇਹਦੇ ਕਰਮ ਸੱਪ ਬਣ ਗਿਆ। ਮਾਫ ਕਰਨਾ ਕਹਿੰਦੇ ਬਾਦਸ਼ਾਹ ਜਹਾਂਗੀਰ ਦੇ ਸਾਹਮਣੇ ਚੰਦੂ ਨੀਮਾ ਪਾ ਕੇ ਸ਼ਰਮਿੰਦਾ ਹੋ ਕੇ ਖਲੋਤਾ ਹੈ। ਉਸ ਮੌਕੇ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਮਰ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਮੈਨੂੰ ਸਭ ਕੁਝ ਸਾਈਂ ਮੀਆਂ ਮੀਰ ਨੇ ਦੱਸਿਆ ਸੀ, ਅਸਲੀਅਤ ਦਾ ਮੈਨੂੰ ਪਤਾ ਨਹੀਂ ਸੀ। ਮੈਂ ਇਸ ਮੂਰਖ ਨੂੰ ਕਿਹਾ ਸੀ ਕਿ ਗੁਰੂ ਸਾਹਿਬ ਪਾਸੋਂ ਪੁੱਛ ਪੜਤਾਲ ਕਰਕੇ ਛੱਡ ਦੇਵੀਂ। ਮਾਫ ਕਰਨਾ, ਪਰ ਮਹਾਰਾਜ ਇਹਨੇ ਤੁਹਾਡੇ ਪਿਤਾ ਨੂੰ ਬੜੇ ਤਸੀਹੇ ਦਿੱਤੇ ਨੇ, ਮਹਾਰਾਜ ਕਿਰਪਾ ਕਰੋ, ਇਹ ਤੁਹਾਡਾ ਮੁਲਜ਼ਮ, ਇਹ ਗੁਨਾਹਗਾਰ, ਇਹ ਮੈਂ ਤੁਹਾਡੇ ਹਵਾਲੇ ਕਰਦਾ, ਤੁਹਾਡਾ ਜੋ ਚਿਤਾਵੇ ਇਹਨੂੰ ਜਿਹੜੀ ਮਰਜ਼ੀ ਸਜ਼ਾ ਦਿਓ। ਇੱਥੇ ਬਾਦਸ਼ਾਹ ਜਹਾਂਗੀਰ ਜਦੋਂ ਚੰਦੂ ਨੂੰ ਹਵਾਲੇ ਕੀਤਾ ਗੁਰੂ ਹਰਗੋਬਿੰਦ ਮਹਾਰਾਜ ਦੇ, ਸਿੱਖ ਤਾਂ ਅੱਗੇ ਤੜਫੇ ਪੈ ਤੋੜ ਦੱਸਣ। ਭਾਈ ਪੁਰਾਣੇ ਤੇ ਭਾਈ ਜੇਠੇ ਵਰਗੇ ਸਿੱਖਾਂ ਨੇ ਗਿੱਚੀ ਤੋਂ ਫੜ ਲਿਆ, ਗਰਦਨ ਤੋਂ ਫੜ ਲਿਆ, ਜਿਵੇਂ ਕਿਸੇ ਦਰਿਆ ਵਿੱਚ ਉੱਡਦੀ ਮੱਛੀ ਨੂੰ ਜਿਵੇਂ ਕੋਈ ਬਾਜ ਫੜਦਾ, ਪਾਣੀ ਦੇ ਵਿੱਚ ਟੱਪਦੀ ਮੱਛੀ ਨੂੰ ਕਿਵੇਂ ਕੋਈ ਬਾਜ ਫੜਦਾ, ਗੁਰੂ ਸਾਹਿਬ ਦੇ ਸਿੱਖਾਂ ਨੇ ਚੰਦੂ ਨੂੰ ਗਰਦਨ ਤੋਂ ਫੜ ਲਿਆ, ਇੱਕ ਪਾਸੇ ਲੈ ਤੁਰੇ। ਕਹਿੰਦੇ ਇੱਥੇ ਬਾਦਸ਼ਾਹ ਜਹਾਂਗੀਰ ਕਹਿੰਦਾ ਮਹਾਰਾਜ ਕਿਰਪਾ ਕਰੋ, ਤੁਹਾਡਾ ਗੁਨਾਹਗਾਰ, ਤੁਹਾਡੇ ਪਿਤਾ ਦਾ ਦੋਸ਼ੀ ਕਾਤਲ ਮੈਂ ਤੁਹਾਡੇ ਹਵਾਲੇ ਕਰ ਦਿੱਤਾ, ਪਰ ਮਹਾਰਾਜ ਕਿਰਪਾ ਕਰੋ, ਜੋ ਇਸ ਦੁਸ਼ਟ ਨੇ ਤੁਹਾਡੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਤਸੀਹੇ ਦੇ ਕੇ ਸ਼ਹੀਦ ਕੀਤਾ, ਉਹਦਾ ਪਾਪ ਮੈਨੂੰ ਤੇ ਨਹੀਂ ਲੱਗੇਗਾ। ਗੁਰੂ ਸਾਹਿਬ ਲੱਗੇ ਕਹਿਣ ਬਾਦਸ਼ਾਹ ਜਹਾਂਗੀਰ ਮਾਫ ਕਰਨਾ, ਤੂੰ ਤਸੀਹੇ ਨਹੀਂ ਦਿੱਤੇ, ਪਰ ਦਿੱਤੇ ਤਾਂ ਤੇਰੇ ਰਾਜ 'ਚ ਗਏ। ਮਾਫ ਕਰਨਾ ਆਖਿਆ ਬਾਦਸ਼ਾਹ ਜਹਾਂਗੀਰ ਨੇ, ਮਹਾਰਾਜ ਮੈਨੂੰ ਇਸ ਗੁਨਾਹ ਦੀ ਮਾਫੀ। ਤੇ ਪਾਤਸ਼ਾਹ ਕਹਿੰਦੇ ਬਾਦਸ਼ਾਹ ਜਹਾਂਗੀਰ ਇਸ ਗੁਨਾਹ ਨੂੰ ਮੇਰੀ ਮਾਤਾ ਗੰਗਾ ਮਾਫ ਕਰ ਸਕਦੀ, ਹੋਰ ਕੋਈ ਨਹੀਂ ਮਾਫ ਕਰ ਸਕਦਾ। ਖਾਲਸਾ ਜੀ, ਇੱਥੋਂ ਸਤਿਗੁਰੂ ਗੁਰੂ ਹਰਗੋਬਿੰਦ ਸਮਰ ਦੇ ਸਿੱਖਾਂ ਨੇ ਚੰਦੂ ਦੇ ਨੱਕ 'ਚ ਪਾਈ ਨਕੇੜ ਤੇ ਪੁੱਜੇ ਨੇ ਮਜਨੂੰ ਟਿੱਲੇ। ਖਾਲਸਾ ਜੀ, ਸਿਆਣੇ ਕਹਿੰਦੇ ਨੇ ਖਾਲਸਾ ਦੀ ਜਦੋਂ ਬੰਦਾ ਕੋਈ ਕਰਮ ਕਰਦਾ ਸਮਾਂ ਹੋਰ ਹੁੰਦਾ, ਜਦੋਂ ਕਰਮਾਂ ਦਾ ਫਲ ਭੁਗਤਣਾ ਪੈਂਦਾ ਸਮਾਂ ਕੋਈ ਹੋਰ ਹੁੰਦਾ। ਦੂਜੇ ਦਿਨ ਬਾਦਸ਼ਾਹ ਜਹਾਂਗੀਰ ਨੇ ਬੇਨਤੀ ਕੀਤੀ, ਜੀ ਮੇਰਾ ਖਿਆਲ ਹੈ ਮੈਂ ਵੀ ਤੁਹਾਡੇ ਨਾਲ ਹਰਿਮੰਦਰ ਸਾਹਿਬ ਨੂੰ ਚੱਲਾਂ। ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਬਚਨ ਕੀਤਾ, ਸਾਡਾ ਸਿੱਖ ਉਹ ਹੈ ਜਿਹੜਾ ਇਸ ਦੁਸ਼ਟ ਦੇ ਸਿਰ 'ਚ 5 ਜੁੱਤੀਆਂ ਮਾਰੇ। ਕਈ ਤਾਂ ਪਿਆਰ ਦੇ ਵਿੱਚ ਆ ਗਏ, ਖਾਲਸਾ ਦੀ ਕਈ ਮਾਰੀ ਜਾਂਦੇ ਸਨ, ਜੁੱਤੀਆਂ ਮਾਰ ਕੇ ਸਿੱਖ ਪਿੱਛੇ ਹਟਦੇ, ਕਹਿੰਦੇ 20 ਮਾਰ ਕੇ ਆਇਆ, ਫਿਰ ਮਾਰਨ ਚੱਲੇ ਆ। ਮਾਫ ਕਰਨਾ, ਮਾਰ ਕੇ ਨਿੰਦਕ ਕਾ ਮੂੰਹ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ। ਪਾਤਸ਼ਾਹ ਹਰਿਮੰਦਰ ਸਾਹਿਬ ਪੁੱਜੇ, ਇੱਕ ਪਾਸੇ ਦੀਵਾਲੀ, ਇੱਕ ਪਾਸੇ ਮਾਫ ਕਰਨਾ ਚੰਦੂ ਦਾ ਦਿਵਾਲਾ। ਕਹਿੰਦੇ ਨੇ ਇਹਦੇ ਗਲ 'ਚ ਸੰਗਲੀ ਪਾ ਕੇ, ਨੱਕ 'ਚ ਨਕੇਲ ਪਾ ਕੇ, ਖੂੰਟੇ ਨਾਲ ਬੱਧਿਆ, ਤੇ ਸਿੱਖ ਕਹਿੰਦੇ ਨੇ ਗੁਰੂ ਕੀ ਸੰਗਤ ਇਹਦੇ ਕੋਲ ਪਹਿਰੇ ਤੇ ਖਲੋਤੇ ਨੇ, ਮੂੰਹ ਕਾਲਾ, ਕਹਿੰਦੇ ਨੇ ਇੱਥੋਂ ਕਾਲਾ ਕੀਤਾ ਹੋਇਆ। ਇੱਥੇ ਬਾਦਸ਼ਾਹ ਜਹਾਂਗੀਰ ਦਾ ਆਪਣੀ ਰਾਣੀ ਨੂਰ ਜਹਾਂ ਦੇ ਨਾਲ ਮਾਤਾ ਗੰਗਾ ਦੇ ਪਾਸ ਪੁੱਜਣਾ। ਖਾਲਸਾ ਜੀ, ਵਕਤ ਦੇ ਬਾਦਸ਼ਾਹ ਦਾ ਅੱਗੇ ਵਧਣਾ ਤੇ ਮਾਤਾ ਗੰਗਾ ਦੇ ਚਰਨਾਂ ਨੂੰ ਹੱਥ ਲਾਉਣੇ। ਜਦੋਂ ਮਾਤਾ ਗੰਗਾ ਦੇ ਚਰਨਾਂ ਨੂੰ ਹੱਥ ਲਾਉਣੇ ਤੇ ਮਾਤਾ ਗੰਗਾ ਨੇ ਬਾਦਸ਼ਾਹ ਜਹਾਂਗੀਰ ਦੇ ਅੱਗੇ ਦੋਵੇਂ ਹੱਥ ਖੜੇ ਕਰ ਦੇਣੇ, ਆਖਣਾ
ਇਹ ਗੱਲ ਕਹਿਣੀ ਬਾਦਸ਼ਾਹ ਜਹਾਂਗੀਰ ਹੁਣ ਗੱਲ ਪੈਰਾਂ ਤੇ ਹੱਥ ਲੈਣ ਨਹੀਂ ਨਿਬੜਨੀ। ਬਾਦਸ਼ਾਹ ਜਹਾਂਗੀਰ ਇਹ ਕੇਸ ਦਰਗਾਹ ਵਿੱਚ ਚਲਾ ਗਿਆ। ਬਾਦਸ਼ਾਹ ਜਹਾਂਗੀਰ ਇਹ ਕੇਸ ਦਰਗਾਹ ਵਿੱਚ ਚਲਾ ਗਿਆ। ਇਹ ਫੈਸਲੇ ਜੋ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੇਰੇ ਦੁਸ਼ਟ ਚੰਦੂ ਦੁਹਾਨ ਨੇ ਇਹਨੇ ਤਸੀਹਾ ਦੇ ਕੇ ਸ਼ਹੀਦ ਕੀਤਾ, ਇਹ ਫੈਸਲੇ ਹੁਣ ਦਰਗਾਹ ਦੇ ਵਿੱਚ ਜਾ ਕੇ ਹੋਣਗੇ। ਖਾਲਸਾ ਜੀ ਹੁਣ ਇਹ ਪਾਪ ਬਾਦਸ਼ਾਹ ਜਹਾਂਗੀਰ ਏਡਾ ਵੱਡਾ ਪਾਪ ਜੋ ਤੇਰੇ ਰਾਜ ਵਿੱਚ ਹੋਇਆ, ਇਹ ਪਾਪ ਮੇਰੇ ਪੈਰਾਂ ਤੇ ਹੱਥ ਲਾਇਆ ਨਹੀਂ ਧੋਪਣਾ। ਕਹਿੰਦੇ ਬਾਦਸ਼ਾਹ ਜਹਾਂਗੀਰ ਨੂੰ ਪਿੱਛੇ ਕਰ ਦਿੱਤਾ। ਬਾਦਸ਼ਾਹ ਜਹਾਂਗੀਰ ਪਿੱਛੇ ਹੋ ਗਿਆ। ਇਹਨੇ ਆਪਣੀ ਰਾਣੀ ਨੂਰ ਜਹਾਂ ਨੂੰ ਇਸ਼ਾਰਾ ਕੀਤਾ ਵੀ ਮੈਨੂੰ ਤਾਂ ਮਾਤਾ ਗੰਗਾ ਨੇ ਆਪਣੇ ਚਰਨਾਂ ਤੇ ਹੱਥ ਨਹੀਂ ਲਾਉਣ ਦਿੱਤਾ, ਇੰਜ ਕਰੋ ਨੂਰ ਜਹਾਂ ਨੂੰ ਆਖਿਆ ਕਿ ਤੁਸੀਂ ਮਾਤਾ ਗੰਗਾ ਦੇ ਚਰਨਾਂ ਤੇ ਹੱਥ ਲਾ ਕੇ ਮਾਫ ਕਰਨਾ, ਇਸ ਗੁਨਾਹ ਦੀ ਮਾਫੀ ਮੰਗੋ। ਜਦੋਂ ਨੂਰ ਜਹਾਂ ਮਾਤਾ ਗੰਗਾ ਦੇ ਚਰਨਾਂ ਤੇ ਹੱਥ ਲਾਉਣ ਲੱਗੀ, ਮਾਤਾ ਗੰਗਾ ਨੇ ਆਖਿਆ ਨੂਰ ਜਹਾਂ ਇਸਤਰੀ ਦੀ ਇੱਕੋ ਥਾਂ ਹੁੰਦੀ ਹੈ ਹੱਥ ਲਾਉਣ ਦੀ, ਉਹਦੇ ਪਤੀ ਦੇ ਪੈਰ ਹੁੰਦੇ ਹਨ, ਮੇਰੇ ਪੈਰ ਫੜਿਆ ਇਹ ਗੁਨਾਹ ਨਹੀਂ ਧੁੱਪਣਾ। ਖਾਲਸਾ ਜੀ ਖੈਰ ਇੱਥੋਂ ਬਾਦਸ਼ਾਹ ਜਹਾਂਗੀਰ ਲਾਹੌਰ ਤੋਂ ਕਸ਼ਮੀਰ ਗਿਆ ਸੀ, ਉੱਥੇ ਉਸੇ ਦੌਰੇ ਤੇ ਮਰ ਗਿਆ ਸੀ, ਇਹਦੀ ਮੌਤ ਹੋ ਗਈ ਸੀ। ਮੁੱਕਦੀ ਗੱਲ ਕੀ ਅੱਜ ਪਾਤਸ਼ਾਹ ਕਹਿੰਦੇ ਨੇ ਕਿੱਥੇ ਪੁੱਜੇ ਨੇ, ਕਿਉਂਕਿ ਗੁਰਗੱਦੀ ਤੇ ਬੈਠਣ ਸਮੇਂ ਪ੍ਰਣ ਕੀਤਾ ਸੀ ਜਿਹੜਾ ਲਾਹੌਰ ਦੇ ਅੰਦਰ ਮੇਰੇ ਪਿਤਾ ਨੂੰ ਸ਼ਹੀਦ ਕੀਤਾ ਗਿਆ, ਉਸ ਲਾਹੌਰ ਦੀਆਂ ਗਲੀਆਂ ਵਿੱਚ ਇਸ ਕੁੱਤੇ ਚੰਦੂ ਨੂੰ ਘਸੀੜ ਕੇ ਕੁੱਤੇ ਦੀ ਮੌਤ ਮਾਰਿਆ ਜਾਏਗਾ। ਖਾਲਸਾ ਜੀ ਪਾਤਸ਼ਾਹ ਕਹਿੰਦੇ ਜਦ ਸਿੱਖ ਗੁੱਸੇ ਵਿੱਚ ਆਉਂਦੇ ਸਨ ਗੁਰੂ ਸਾਹਿਬ ਰੋਕਦੇ ਸਨ, ਓਏ ਦੇਖਣਾ ਓਏ ਇਹਦੀ ਕਿਤੇ ਮੌਤ ਇੱਥੇ ਨਾ ਹੋ ਜੇ, ਇਹਨੂੰ ਉੱਥੇ ਹੀ ਮਾਰਨਾ, ਉਸੇ ਪੜਪੂੰਜੇ ਦੇ ਹੱਥੋਂ ਮਰਵਾਣਾ ਜਿਸ ਪੜਪੂੰਜੇ ਦੇ ਹੱਥੋਂ ਇਹ ਰੇਤ ਦੇ ਕੜਛ ਗਰਮ ਕਰਵਾ ਕੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਪਵਿੱਤਰ ਸੀਸ ਤੇ ਪਾਉਂਦਾ ਰਿਹਾ। ਆਹ ਕਹਿੰਦੇ ਨੇ ਦੂਜੇ ਦਿਨ ਇਹ ਤੂੰ ਸਤਿਗੁਰੂ ਗੁਰੂ ਹਰਗੋਬਿੰਦ ਜੀ ਦਾ ਖਾਲਸਾ ਦੀ ਹਰਮੰਦਰ ਸਾਹਿਬ ਤੋਂ ਲਾਹੌਰ ਪੁੱਜਣਾ। ਅੱਗੇ ਲਾਹੌਰ ਦੀਆਂ ਸੰਗਤਾਂ ਖਾਲਸਾ ਜੀ ਜਿਨ੍ਹਾਂ ਨੇ ਭਾਣਾ ਵਰਤਿਆ ਰਾਵੀ ਦੇ ਤੱਟ ਉੱਤੇ, ਜਿਹਨੇ ਧਰਤ ਆਕਾਸ਼ ਕਮਾ ਦਿੱਤਾ, ਮਾਫ ਕਰਨਾ ਜਿਨ੍ਹਾਂ ਸੰਗਤਾਂ ਨੇ ਪੰਜਵੇਂ ਪਾਤਸ਼ਾਹ ਨੂੰ ਤਤੀਆਂ ਤਵੀਆਂ ਤੇ ਬੈਠੇ ਦੇਖਿਆ ਸੀ, ਜਿਨ੍ਹਾਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਖਾਲਸਾ ਦੀ ਗੁਰੂ ਸਾਹਿਬ ਦੇ ਪਵਿੱਤਰ ਸੀਸ ਤੇ ਸੜਦੀਆਂ ਬਲਦੀਆਂ ਮੱਚਦੀਆਂ ਰੇਤਾਂ ਦੇ ਕੜਛੇ ਪੈਂਦੇ ਤੱਕੇ ਸਨ, ਜਿਨ੍ਹਾਂ ਸੰਗਤਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਾਫ ਕਰਨਾ ਦੇਗ ਦੇ ਉਬਲਦੇ ਪਾਣੀ ਵਿੱਚ ਸ਼ਾਂਤਮਈ ਢੰਗ ਨਾਲ ਮੂੰਹ ਤੋਂ ਬੋਲੀ ਜਾਂਦੇ ਸਨ, ਕਹੀ ਜਾਂਦੇ ਸਨ ਤੇਰਾ ਕੀ ਆ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ। ਪਾਤਸ਼ਾਹ ਲਾਹੌਰ ਪੁੱਜੇ ਨੇ। ਲਾਹੌਰ ਦੀਆਂ ਗਲੀਆਂ ਦੇ ਵਿੱਚ ਜਿਹੜਾ ਸਿੱਖ ਪੈਂਦਾ ਸੀ ਕੋਈ 5 ਕੋਈ 10 ਕੋਈ 20 ਜੁੱਤੀਆਂ ਮਾਰਦਾ ਸੀ। ਚੰਦੂ ਮੂੰਹ ਕਾਲਾ ਕੀਤਾ ਹੋਇਆ, ਸਿਰ ਨੀਵਾ, ਨਿੰਦਕ ਕਾ ਮੂੰਹ ਕਾਲਾ ਹੋਆ ਦੀਨ ਦੁਨੀਆ ਕੇ ਦਰਬਾਰ। ਸ਼ਾਮ ਦਾ ਸਮਾਂ ਹੋ ਗਿਆ, ਉਸੇ ਪੜਪੂੰਜੇ ਦੇ ਭੱਠ ਤੇ ਪੁੱਜੇ ਜਿਸ ਪੜਪੂੰਜੇ ਪਾਸੋਂ ਚੰਦੂ ਜ਼ਬਰਦਸਤੀ ਧੱਕੇ ਨਾਲ ਰੇਤਾ ਗਰਮ ਕਰਵਾ ਕੇ ਪੰਜਵੇਂ ਪਾਤਸ਼ਾਹ ਦੇ ਸੀਸ ਤੇ ਪਵਾਉਂਦਾ ਸੀ। ਜਦੋਂ ਪੜਪੂੰਜੇ ਦੇ ਭੱਠ ਤੇ ਪੁੱਜੇ, ਅੱਗੇ ਪੜਪੂੰਜਾ ਦਾਣੇ ਭੁੰਨ ਰਿਹਾ ਸੀ। ਆਖਿਆ ਅੱਛਾ ਪਤਾ ਲੱਗਿਆ ਵੀ ਇਕੱਠ ਬੜਾ ਆ ਰਿਹਾ ਜੀ, ਸੰਗਤਾਂ ਬੜੀਆਂ ਆ ਰਹੀਆਂ ਜੀ। ਪੜਪੂੰਜੇ ਨੂੰ ਕਿਸੇ ਨੇ ਆਖਿਆ ਚੰਦੂ ਦੁਸ਼ਟ ਆ ਰਿਹਾ। ਕਹਿੰਦੇ ਨੇ ਪੜਪੂੰਜਾ ਸੜ ਬੜ ਕੇ ਗੁੱਸੇ ਦੀ ਅੱਗ ਵਿੱਚ ਆਪੇ ਤੂੰ ਬਾਹਰ ਹੋ ਗਿਆ। ਆਓ ਕੁੱਤਿਆ ਤੂੰ ਮੇਰੇ ਤੋਂ ਐਡਾ ਵੱਡਾ ਪਾਪ ਕਰਾਇਆ, ਏਡੇ ਵੱਡੇ ਜ਼ੁਲਮ ਕਰਾਏ ਨੇ, ਰਾਜ ਦੇ ਨਸ਼ੇ ਵਿੱਚ ਆ ਕੇ, ਹਕੂਮਤ ਦੇ ਨਸ਼ੇ ਵਿੱਚ ਆ ਕੇ, ਆਹ ਕੁੱਤੇ ਚੰਦੂ ਜਿਨ੍ਹਾਂ ਹੱਥਾਂ ਨਾਲ ਮੇਰੇ ਪਾਸੋਂ ਤੂੰ ਪੰਜਵੇਂ ਪਾਤਸ਼ਾਹ ਦੇ ਸੀਸ ਤੇ ਮਾਫ ਕਰਨਾ ਰੇਤਾ ਪਵਾਉਂਦਾ ਰਿਹਾ, ਅੱਜ ਇਹਨਾਂ ਹੱਥਾਂ ਦੇ ਵਿੱਚ ਤੇਰੀ ਮੌਤ ਲਿਖੀ ਆ। ਖਾਲਸਾ ਜੀ ਆ ਤੇ ਸਹੀ ਜਰਾ। ਕਹਿੰਦੇ ਇਹ ਚੰਦੂ ਅੱਗੇ ਵਧਿਆ, ਸੜਦਾ ਬਲਦਾ ਉਹ ਦਾਣੇ ਭੁੰਨਦੇ ਇਸ ਪੜਪੂੰਜੇ ਨੇ ਸੜਦਾ ਬਲਦੀ ਰੇਤ ਦਾ ਭਰ ਕੇ ਕੜਛਾ ਚੰਦੂ ਮਾਫ ਕਰਨਾ ਭਰ ਕੇ ਗੁਰੂ ਕਿਸ਼ਨ ਨੇ ਛਾਨਣਾ ਰੇਤ ਦਾ ਚੰਦੂ ਦੇ ਸਿਰ ਦੇ ਵਿੱਚ ਪਾਇਆ, ਉਤੋਂ ਮਾਰਿਆ ਦਾਣੇ ਭੁੰਨਣ ਵਾਲਾ ਗੁਰੂ ਕਿਸ਼ਨ ਦਾ ਉਹ ਕੜਛਾ ਚੰਦੂ ਦਾ ਸਿਰ ਪਾੜ ਕੇ ਰੱਖ ਦਿੱਤਾ। ਉੱਥੇ ਮੇਲਾ ਲੱਗਦਾ ਹੈ, ਮਹਾਰਾਜ ਦੇ ਬਚਨ ਨੇ ਕਿ ਉੱਥੇ ਕਬਰ ਬਣੀ ਹੋਈ ਚੰਦੂ ਦੀ, ਇੱਕ ਸਮਾਧ ਬਣੀ ਹੋਈ। ਕਹਿੰਦਾ ਨੇ ਜਿਹੜਾ ਇਹ ਸਮਾਧ ਤੇ ਆ ਕੇ 5 ਜੁੱਤੀਆਂ ਮਾਰੇਗਾ ਸਾਡਾ ਸਿੱਖ ਉਹ ਹੋਏਗਾ। ਖਾਲਸਾ ਜੀ ਉੱਥੇ ਹਜ਼ਾਰਾਂ ਲੋਕੀ ਖਾਲਸਾ ਜੀ आह गुरु की संगत ना नाज कर अपनी बुलंदियों पे, हमने आसमान से तारों को भी गिरते देखा है। सिंघो माफ करना, बंदा घूमन दे नशे विच, राज दे नशे विच बड़े उल्ट काम कर लैंदा। एक समा आउंदा जदों बंदे नूं कीते कर्मां दा फल भोगना पैंदा है। आ बड़े भागां वाले हो, इन्हें शब्द प्रवान करो। सतगुरु गुरु हरगोबिंद महाराज दे पावन पवित्र प्रकाश दिवस मना रहे हो। अगली विचार रात नूं कीती जावेगी। हुण समा
ਆਗਿਆ ਨਹੀਂ ਦਿੰਦਾ, ਗੁਰੂ ਉਸਤੋਤਰ ਪੜਿਆ ਜਾਏਗਾ। ਉਸ ਤੋਂ ਬਾਅਦ ਅਰਦਾਸ ਹੁਕਮਨਾਮਾ, ਸ਼ਾਮ ਨੂੰ ਫਿਰ ਆਪ ਜੀ ਦੇ ਦਰਸ਼ਨ ਕਰਾਂਗੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਧੰਨ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ।